ਕਿ ਕੁੱਤੀ ਚੋਰਾਂ ਦੇ ਨਾਲ ਰਲੀ ਹੋਈ ਹੈ। ਜ਼ਰੂਰੀ ਨੋਟਿਸ ਦੇਣਾ ਪਏਗਾ ਜੋ ਵੀ ਸੰਸਥਾ ਇੱਦਾਂ ਦੀ ਹੈਗੀ ਇੱਥੇ ਕਰਨ ਜਿਹੜਾ ਵੀ ਮਹਿਕਮਾ ਸਾਰਾ ਲੈ ਕੇ ਉਹ ਬਣਾਉਣਗੇ। ਹਾਂ ਉਹ ਪਰਮਿਸ਼ਨ ਨਹੀਂ ਮਿਲੀ ਹਲੇ। ਫਿਰ ਉਹ ਤਾਂ ਜਿਹੜੀ ਲੋਕਲ ਬਾਡੀ ਉਹਨਾਂ ਨੇ ਦੇਖਣਾ, ਸਾਡਾ ਤਾਂ ਅਸੀਂ ਆਪਣਾ ਕੰਮ ਕਰ ਚੁੱਕੇ ਹਾਂ। ਇੱਥੇ ਨਕਸ਼ੇ ਪਾਸ ਨਹੀਂ ਹੋਏ, ਕੰਸਟਰਕਸ਼ਨ ਚਾलू हो गया। ਜਦੋਂ ਅਜਿਹਾ ਕੁਝ ਹੁੰਦਾ ਇਹਦਾ ਮਤਲਬ ਹੈਗਾ ਰਲ ਮਿਲ ਕੇ ਚੱਲ ਰਿਹਾ सब कुछ। यही तो गलत हो रहा है। पैसे उनको मिल रहे हैं, बैठे वो उनके दफ्तर में पैसे जा रहा है, बैठे अपना काम कर रहे हैं, वो अपना काम कर रहे हैं, पैसे साइड से जा रहा है उनको। अदरवाइज जब इन्फॉर्मेशन मिल गई इमीडिएट हम क्यों खड़े हैं, उनकी ड्यूटी है। कोई नक्शा नहीं पास हुआ ना होगा सबमिट हुआ जी। ਹੁਣ ਤੋਂ ਬਾਅਦ ਇੱਕ ਕਿੱਟ ਵੀ ਲੱਗੀ ਹੋਈ ਉਹਦੀ ਨਹੀਂ ਜੇ ਕਿੱਟ ਵੀ ਹੁਣ ਵੀ ਤਾਂ ਬਿਨਾਂ ਪਰਮਿਸ਼ਨ ਤੋਂ ਲੱਗੀਆਂ ਨੇ ਜੀ। ਹੁਣ ਕਿ ਨਹੀਂ ਰੋਕਿਆ ਤੁਹਾਨੂੰ ਜਾਂ ਫਿਰ ਦਬਾਏ ਕੋਈ ਜਾਂ ਸੈਟਲਮੈਂਟ ਹੋਈ ਹੈ ਕੋਈ ਤਾਂ ਵੀ ਦੱਸ ਦਿਓ ਜੀ। ਤੁਸੀਂ ਖੁਦ ਕਹਿ ਰਹੇ ਹੋ ਵੀ ਨਕਸ਼ਾ ਪਾਸ ਨਹੀਂ ਹੋਇਆ, ਕੰਸਟਰਕਸ਼ਨ ਹੋ ਗਈ ਹੈ, ਇਹਦਾ ਮਤਲਬ ਤੁਹਾਡੀ ਮਿਲੀ ਭੁਗਤ ਹੈਗੀ ਹੈ। ਜੇ ਇਲੀਗਲ ਕੰਸਟਰਕਸ਼ਨ ਹੋ ਗਈ ਹੈ ਬਿਨਾਂ ਨਕਸ਼ਾ ਪਾਸ ਹੋਏ ਤੁਸੀਂ ਤੋੜ ਵੀ ਨਹੀਂ ਰਹੇ। ਹੁਣ ਸਾਡੇ ਬਲੈਕਮੇਲਰ ਪਿੱਛੇ ਲੱਗੇ ਹੋਏ ਨੇ, ਅਸੀਂ ਅਗਲੇ ਨੂੰ ਬਲੈਕਮੇਲਰ ਤੋਂ ਵੀ ਪ੍ਰੋਟੈਕਟ ਕਰਨਾ ਹੈ। ਕਿਹੜੇ ਬਲੈਕਮੇਲਰ ਰਾਈਟ ਦੇ ਮੁਤਾਬਕ ਨਹੀਂ ਸਰ ਤੁਸੀਂ ਕੌਣ ਹੁੰਦੇ ਹੋ ਜੀ? ਬਲੈਕਮੇਲਰ ਕੌਣ ਹੈ ਕੌਣ ਨਹੀਂ ਇਹ ਕਹਿਣ ਵਾਲੇ ਤੁਹਾਨੂੰ ਕਿਵੇਂ ਪਤਾ ਬਲੈਕਮੇਲਰ ਹੈਗੇ ਕਿ ਨਹੀਂ ਹੈਗੇ ਪਿੱਛੇ? ਤੁਸੀਂ ਜਿਹੜੇ ਇਲੀਗਲ ਜਿਹੜੇ ਕੰਸਟਰਕਸ਼ਨ ਕਰ ਰਹੇ ਤੁਸੀਂ ਉਹਨਾਂ ਦੇ ਬੁਲਾਰੇ ਵਾਂਗ ਗੱਲ ਕਰ ਰਹੇ ਹੋ ਜਾਂ ਫਿਰ ਸਰਕਾਰ ਦੇ ਨੁਮਾਇੰਦੇ ਵਾਂਗ? ਜੇ ਵਾਕਈ ਕੋਈ ਬਲੈਕਮੇਲ ਕਰਦਾ ਹੈ ਤੁਹਾਨੂੰ ਰੋਕਿਆ ਕਿਹਨੇ ਹੈ ਜੀ? थाना है जाके कंप्लेंट कराओ, सबूत तो पर्चा करवाओ। बैठे क्यों? या सिर्फ गिद्दड़ भपके मारनियां ने या धमकियां तुसी देनियां ने? इंटरैक्टली कह सकते हैं भी तुसी भी ब्लैकमेल ही कर रहे हो, और करके रहे हो। फिर सारा कुछ पता तुसी किवें जीरकपुर कंप्लीशन सर्टिफिकेट तुसी दे दिते बिना फिजिकल एग्जामिनेशन तो। ਇਹਨਾਂ ਨੇ ਉੱਥੇ ਵੀ ਇਦਾਂ ਦਾ ਹੀ ਕੰਮ ਕੀਤਾ ਤੇ ਸਾਡੇ ਤਾਂ ਸ਼ਹਿਰ ਦੀ ਮਾੜੀ ਕਿਸਮਤ ਹੈ ਕਿ ਇਦਾਂ ਦੇ ਫਿਰ ਅਫਸਰ ਆ ਕੇ ਜੇ ਲੱਗੇ ਨੇ ਸਾਡਾ ਤਾਂ ਸ਼ਹਿਰ ਵੈਸੇ ਹੀ ਖਤਮ ਹੋ ਜਾਏਗਾ ਬਾਈ ਜੀ। ਇਹ ਜਿਹੜੇ ਭਾਵੇਂ ਬਿਲਡਰ ਹੋਣ ਜਾਂ ਬੋਰਡ ਦੇ ਜਿਹੜੇ ਕਹਿੰਦੇ ਨਾ ਕਿ ਚਮਚੇ ਕਹਿ ਲਓ ਜਾਂ दबंग कह लो, उन जो लोकल को धमकाने की कोशिश भी कर रहे हैं। तो यह चीज़ें जो है ना उसको अपने रखो साइड। जो ज़मीन जो सामने लड़ाई लड़ रहे हैं सही है गलत की, और सही के लिए हमें जो करना करेंगे। बोर्ड को 10 दिन का वक्त है, 10 दिन में अपना सारा बोरिया बिस्तर बांध के निकले। ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਖਰੜ ਦੇ ਸਵਰਾਜ ਨਗਰ ਤੋਂ ਬਦਲਾਅ ਦੀਆਂ ਜ਼ਬਰਦਸਤ ਤਸਵੀਰਾਂ ਦਿਖਾਈਆਂ ਸਨ। ਹੁਣ ਉਹਨਾਂ ਤਸਵੀਰਾਂ ਦੇ ਵਿੱਚ ਵੀ ਬਦਲਾਅ ਆ ਗਿਆ ਹੈ। ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਤੁਹਾਡੀ ਸਕਰੀਨ ਤੇ ਇਸ ਵੇਲੇ ਦੋ ਤਸਵੀਰਾਂ ਨੇ। ਇੱਕ ਤਸਵੀਰ ਉਹ ਜਦੋਂ ਪਹਿਲਾਂ ਬੋਰਡ ਲੱਗਿਆ ਸੀ ਖਰੜ ਸਿਟੀ ਸੈਂਟਰ ਦਾ, ਤੇ ਦੂਜੀ ਤਸਵੀਰ ਉਹ ਹੈ ਜੋ ਸਾਡੀ ਖਬਰ ਚੱਲਣ ਤੋਂ ਬਾਅਦ ਖਬਰ ਦਾ ਅਸਰ ਹੋਇਆ ਹੈ ਤੇ ਖਾਲੀ ਦੀਵਾਰ ਰਹਿ ਗਈ ਹੈ, ਬੋਰਡ ਉਤਰ ਗਿਆ ਹੈ। ਪਰ ਚੰਗੀ ਗੱਲ ਇਹ ਹੋਈ ਹੈ ਕਿ ਲੋਕ ਜਾਗਰੂਕ ਹੋਏ ਨੇ ਤੇ ਇਸ ਵੇਲੇ ਸਾਡੇ ਨਾਲ ਬਹੁਤ ਮੌਤਵਰ ਸੱਜਣ ਮੌਜੂਦ ਨੇ। ਡਾਕਟਰ ਮਾजिद आज़ाद जी मौजूद ने, पंजाब अगेंस्ट करप्शन के जनरल सैकटरी ने, ते नाल शैफुर रहमान जी ने, मुस्लिम वैलफेयर एसोसीएशन के पंजाब के प्रधान ने, ते होर साडे नाल सज्जन खड़े ने। गलबात करांगे डॉक्टर साहब नाल, पहला गलबात करांगे। डॉक्टर साहब तुसी पहली खबर देखी होनी है, तो उस खबर देखने तो बाद तुहाडे जहन च पहला थॉट की आया सी, विचार की आया सी? पहला थॉट तो ये आया, बड़ा चंगा लग्या ਵੀ ਤੁਹਾਡੇ ਵਰਗਾ ਮੀਡੀਆ ਹੈ। ਬੜਾ ਚੰਗਾ ਲੱਗਿਆ ਵੀ ਇਸ ਤਰੀਕੇ ਦੇ ਸੱਜਣ ਲੋਕ ਵੀ ਹੈਗੇ ਆ ਜਿਹੜੇ ਕਿ ਵਾਚ ਕਰਦੇ ਆ ਵੀ ਕੀ ਹੋ ਰਿਹਾ ਆਂਢ ਗੁਆਂਢ ਦੇ ਵਿੱਚ, ਉਹ ਦੇਖਦੇ ਆ ਤੇ ਉਹਦੇ ਲਈ ਐਕਟਿਵ ਵੀ ਹੁੰਦੇ ਆ, ਤੇ ਬੜਾ ਚੰਗਾ ਲੱਗਿਆ। ਲੇਕਿਨ ਨਾਲ ਦੀ ਨਾਲ ਇਹ ਬੜਾ ਬੁਰਾ ਲੱਗਿਆ ਵੀ ਉਹਨਾਂ ਲੋਕਾਂ ਦੀ ਜਗ੍ਹਾ ਜਿਹੜੇ ਇੱਥੋਂ ਚਲੇ ਗਏ ਸੀ, ਉਹਨਾਂ ਲੋਕਾਂ ਦੀ ਜਗ੍ਹਾ ਜਿਨ੍ਹਾਂ ਦੇ ਇੱਥੇ ਮੁਰਦੇ ਦਬਾਏ ਜਾਂਦੇ ਸੀ, ਉਹ ਅੱਜ ਵੇਚੀ ਜਾ ਰਹੀ ਆ ਤੇ ਉਸ ਥਾਂ ਦੇ ਉੱਪਰ ਕੰਸਟਰਕਸ਼ਨ ਬਣੇ ਹੋ ਰਹੀ ਆ, ਮੌਲ ਬਣ ਰਹੇ ਆ। ਉਸ ਥਾਂ ਦੇ ਉੱਪਰ ਸੀਵਰੇਜ ਦੇ ਕਨੈਕਸ਼ਨ ਦੇ ਦਿੱਤੇ ਗਏ ਨੇ, ਬੋਰਡ ਲਾਏ ਹੋਏ ਨੇ, ਤੇ ਸੇਲ ਅਧਿਕਾਰੀ ਫੋਨ ਦੇ ਉੱਪਰ ਕਹਿ ਰਿਹਾ ਕਿ ਕੁਝ ਕੀ ਥਾਂ ਬਚੀਆਂ ਨੇ, ਬਾਕੀ ਸਾਰੇ ਵਿਕ ਗਈਆਂ ਨੇ। ਇਹ ਹੈਰਾਨੀ ਇਸ ਗੱਲ ਦੀ ਜਿਹੜੀ ਤੁਸੀਂ ਕਹੀ ਹੈ ਨਾ, ਸੀਵਰੇਜ ਦੇ ਕਨੈਕਸ਼ਨ ਦਿੱਤੇ ਜਾ ਰਹੇ ਨੇ ਵੀ ਜਿੱਥੇ ਰੂਹਾਂ ਦਾ ਨਿਵਾਸ ਹੈ ਉੱਥੇ ਮਲ ਮੂਤਰ ਜਾਏਗਾ। ਇਹ ਵੀ ਤੁਸੀਂ ਗੱਲ ਦੇਖੋ। ਤੇ ਦੂਜੀ ਗੱਲ ਡਾਕਟਰ ਸਾਹਿਬ, ਤੁਹਾਡੇ ਹੁਣ ਤੱਕ ਤੇ ਜ਼ਿੰਦਗੀ ਦੇ ਵਿੱਚ ਕਦੇ ਐਸਾ ਵਾਕਾ ਹੋਇਆ ਹੈ ਕਿ ਵਕਫ ਬੋਰਡ ਦੀ ਜ਼ਮੀਨ ਦੇ ਉੱਤੇ ਜਿੱਥੇ ਕਬਰਸਤਾਨ ਹੈ ਉੱਥੇ ਦੁਕਾਨਾਂ ਜਾਂ ਸੀਵਰੇਜ ਜਾਂ ਇਦਾਂ ਦਾ ਕੋਈ ਨਿਰਮਾਣ ਹੋਇਆ ਹੋਵੇ ਪੱਕੇ ਤੌਰ ਤੇ? ਦੇਖੋ ਇਹਦੇ ਬਾਰੇ ਦੇ ਵਿੱਚ ਅਮਨਦੀਪ ਜੀ ਇਦਾਂ ਹੈਗਾ ਵੀ ਕਿਉਂਕਿ ਮੁਸਲਿਮ ਜਿਹੜੀ ਬਸੋਂ ਹੈਗੀ ਉਹ ਕਾਫੀ ਘਟ ਗਈ ਆ, ਜਗ੍ਹਾਵਾਂ ਪਈਆਂ ਨੇ, ਕਿਉਂਕਿ ਉਹਨਾਂ ਥਾਵਾਂ ਦੇ ਉੱਪਰ ਜਿਹੜੇ ਮੁਸਲਿਮ ਨਹੀਂ ਰਹੇ ਤੇ ਉਹਨਾਂ ਦੇ ਉੱਥੇ ਮੁਰਦੇ ਵੀ ਜਿਹੜੇ ਹੈਗੇ ਐਂ ਲੈ ਲਈ ਵੀ ਉਹ ਖਾਲੀ ਪਈ ਆ। ਵਕਫ ਬੋਰਡ ਨੇ ਆਪਾਂ ਐਂ ਲੈ ਲਈਏ ਵੀ ਜੇ ਇਹਨੂੰ ਵਰਤੋਂ ਦੇ ਵਿੱਚ ਲਿਆਈਏ, ਕੋਈ ਸਕੂਲ ਬਣਾ ਲਈਏ, ਕੋਈ ਅਜਿਹਾ ਤਰੀਕਾ ਅਪਣਾ ਲਈਏ ਜਿਹਦੇ ਤੋਂ ਕੋਈ ਆਮਦਨ ਆਵੇ, ਤੇ ਉਹ ਆਮਦਨ ਜਿਹੜੀ ਹੈਗੀ ਅੱਗੇ ਮੁਸਲਮਾਨਾਂ ਦੇ ਉੱਪਰ ਲਾ ਲਈ ਜਾਵੇ। ਇੱਥੋਂ ਤੱਕ ਕੋਈ ਬੁਰਾ ਮੈਨੂੰ ਨਹੀਂ ਬੁਰਾ ਲੱਗਦਾ ਹੈਗਾ, ਕਿਉਂਕਿ ਜੇ ਉਹ ਤੋਂ ਆਮਦਨ ਆਏਗੀ ਤਾਂ ਮੁਸਲਮਾਨਾਂ ਦੇ ਸਕੂਲ ਚੱਲਣਗੇ, ਉਹਨਾਂ ਦੀ ਜਿਹੜੀਆਂ ਵਕਫ ਬੋਰਡ ਦੇ ਏਜੰਡੇ ਨੇ, ਉਹਨਾਂ ਦੀਆਂ ਯਤੀਮ ਨੇ, ਉਹਨਾਂ ਦੀਆਂ ਬੇਵਾਵਾਂ ਨੇ, ਉਹਨਾਂ ਨੂੰ ਕੁਝ ਪੈਨਸ਼ਨ ਜਾਏਗੀ ਜਿਹੜੇ ਕਿ ਵਕਫ ਬੋਰਡ ਕੰਮ ਕਰਦੇ ਆ, ਉਹ ਕੋਈ ਬੁਰੀ ਗੱਲ ਨਹੀਂ ਹੈ। ਲੇਕਿਨ ਇਸ ਦੀ ਆੜ ਦੇ ਵਿੱਚ
ਉਹ ਸਾਰੇ ਦਾ ਸਾਰਾ ਕਿਸੇ ਨੂੰ ਸੰਭਾਲ ਦਿੱਤਾ ਜਾਏਗਾ ਤੇ ਉੱਥੇ ਮਾਲ ਉਹ ਵੱਡੀਆਂ ਵੱਡੀਆਂ ਦੁਕਾਨਾਂ ਉਸਾਰ ਕੇ ਉਹਨੂੰ ਵੇਚੇਗਾ। ਤੇ ਇਹ ਬੜਾ ਜਿਹੜਾ ਹੈਗਾ ਇਹ ਬੜਾ ਗਲਤ ਲੱਗਦਾ ਤੇ ਇਹ ਹੋ ਰਿਹਾ ਇੱਥੇ ਬਿਲਕੁਲ ਅਸੀਂ ਦੇਖ ਰਹੇ ਹਾਂ। ਤੇ ਇਹ ਤਾਂ ਚਲੋ ਅੱਜ ਸਾਡੇ ਸਾਹਮਣੇ ਆ ਗਿਆ। ਅਜਿਹੀਆਂ ਖਰੜ ਦੇ ਵਿੱਚ ਹੋਰ ਕਿੰਨੀਆਂ ਸਾਰੀਆਂ ਥਾਵਾਂ ਨੇ ਜਿਨ੍ਹਾਂ ਦਾ ਪਤਾ ਵੀ ਨਹੀਂ ਹੈ, ਕਿਉਂਕਿ ਸਾਡੇ ਬਜ਼ੁਰਗ ਖੜੇ ਨੇ ਜਿਨ੍ਹਾਂ ਨੇ ਇਸ ਥਾਂ ਦੇ ਉੱਪਰ ਦੇਖੇ ਨੇ ਉਹਨਾਂ ਨੂੰ ਮੁਰਦੇ ਦਬਾਏ ਜਾਂਦੇ। ਲੇਕਿਨ ਜਦੋਂ ਇਹ ਨਹੀਂ ਰਹਿਣਗੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਏਗਾ ਵੀ ਇੱਥੇ ਕੀ ਹੁੰਦਾ ਸੀਗਾ। ਇਸ ਕਰਕੇ ਇਹ ਜਿਹੜਾ ਬਹੁਤ ਹੀ ਗਲਤ ਹੋ ਰਿਹਾ। ਇਹਦੇ ਵਿੱਚ ਇੱਥੇ ਦੀ ਮੈਂ ਸਿੱਧਾ ਕਹੂੰਗਾ ਵੀ ਇੱਥੇ ਦੀ ਜਿਹੜੀ ਕਿ ਲੋਕਲ ਮਿਊਨਿਸਪੈਲਿਟੀ ਹੈਗੀ ਆ ਉਹਨਾਂ ਦੇ ਅਧਿਕਾਰੀ ਕਰਮਚਾਰੀ ਉਹ ਇਨਵੋਲਵ ਹੋਣਗੇ, ਕਿਉਂਕਿ ਐਵੇਂ ਨਹੀਂ ਹੁੰਦਾ। ਇੱਥੇ ਕਨੈਕਸ਼ਨ ਦੇ ਦਿੱਤੇ ਗਏ ਨੇ, ਅਦਰਵਾਈਜ਼ ਬੰਦਾ ਮਾਤੜ ਭਾਈ ਜਾਵੇ ਤੇ ਉਹਦੀ ਗੇੜੀਆਂ ਕਢਾਈ ਜਾਂਦੇ ਨੂੰ ਕੁਝ ਨਹੀਂ ਮਿਲਦਾ ਹੈਗਾ, ਜਦ ਕੋਲੇ ਜਗ੍ਹਾ ਵੀ ਹੁੰਦੀ ਆ। ਇੱਥੇ ਉਹਦੇ ਕੋਲੇ ਕੁਝ ਵੀ ਨਹੀਂ ਹੈ, ਇੱਥੇ ਕਨੈਕਸ਼ਨ ਵੀ ਦੇ ਦਿੱਤੇ ਤੇ ਵਕਫ ਬੋਰਡ ਜਿਹਨੇ ਲੀਜ਼ ਕਰ ਦਿੱਤੇ। ਮੈਂ ਕਹਿਣਾ ਵੀ ਚਲੋ ਲੀਜ਼ ਕਰਨਾ ਕੋਈ ਬੁਰੀ ਗੱਲ ਨਹੀਂ, ਕਿਉਂਕਿ ਉਹ ਤੋਂ ਕੁਝ ਆਮਦਨ ਆਏਗੀ ਜਿਹਦੇ ਨਾਲ ਸਕੂਲ ਚੱਲਣਗੇ। ਪਰ ਵਕਫ ਬੋਰਡ ਨੇ ਲੀਜ਼ ਦੇਣ ਦੇ ਬਾਅਦ ਕਦੇ ਆ ਕੇ ਦੇਖਿਆ, ਸਾਈਟ ਕਦੇ ਵਿਜ਼ਿਟ ਕਰਕੇ ਦੇਖਿਆ ਵੀ ਉੱਥੇ ਹੋ ਕੀ ਰਿਹਾ। ਇਹਨਾਂ ਦਾ ਕੀ ਕੰਮ ਹੈਗਾ ਵੀ ਰੈਂਟ ਕਲੈਕਟਰ ਇਹਨਾਂ ਨੂੰ ਕਿਹਾ ਜਾਂਦਾ, ਲੇਕਿਨ ਰੈਂਟ ਕਲੈਕਟਰ ਨਾ ਹੋਣ ਕੇ ਇਹਨੂੰ ਜੇ ਕੁਝ ਤੁਸੀਂ ਹੋਰ ਕਹਿ ਦਵੋ ਮਹੀਨੇ ਇਕੱਠੇ ਕਰਦੇ ਨੇ ਆਪਣੇ ਘਰਾਂ ਦੇ ਲਈ ਤਾਂ ਸ਼ਾਇਦ ਉਹ ਸ਼ਬਦ ਜ਼ਿਆਦਾ ਵਧੀਆ ਹੋਊਗਾ। ਦੇਖੀਏ ਤਾਂ ਪਿਛਲੇ 70-75 ਸਾਲਾਂ ਦੀ ਆਜ਼ਾਦੀ ਦੇ ਬਾਅਦ ਦੇ ਵਿੱਚ ਵਕਫ ਬੋਰਡ ਦੀਆਂ 80% ਜਿਹੜੀਆਂ ਜਾਇਦਾਦਾਂ ਨੇ ਕਿਤੇ ਕਬਜ਼ੇ ਹੋਏ ਨੇ, ਕਿਤੇ ਖੋੜ ਦਿੱਤੀਆਂ ਗਈਆਂ। ਸਿਰਫ 20% ਜਾਇਦਾਦਾਂ ਬਚੀਆਂ ਨੇ ਤੇ ਉਹਨਾਂ ਨੂੰ ਵੀ ਜਿਹੜੇ ਅਧਿਕਾਰੀ ਹੈਗੇ ਨੇ ਕਰਮਚਾਰੀ ਹੈਗੇ ਨੇ ਆਪਣਾ ਰੋਲ ਨਹੀਂ ਨਿਭਾਉਂਦੇ ਤੇ ਉਹਨਾਂ ਨੂੰ ਵੀ ਖੋਰਨ ਤੇ ਲੱਗੇ ਹੋਏ ਆ। ਕਾਲੀਆਂ ਭੇਡਾਂ ਉੱਥੇ ਬੈਠੀਆਂ ਨੇ, ਬਿਲਕੁਲ ਬੈਠੀਆਂ ਨੇ। ਅਸੀਂ ਦੇਖਿਆ, ਕਿਉਂਕਿ ਮੈਂ ਮਲੇਰਕੋਟਲੇ ਨੂੰ ਬਿਲੋਂਗ ਕਰਦਾ। ਮਲੇਰਕੋਟਲੇ ਦੇ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖੇ ਲੱਗੇ ਵਕਫ ਬੋਰਡ ਦੇ ਵਿੱਚ ਲੱਗੇ ਹੋਏ ਦੇਖਿਆ ਤੇ ਮੈਂ ਦੇਖਿਆ ਵੀ ਵਕਫ ਬੋਰਡ ਦੇ ਵਿੱਚ ਬੋਰਡ ਆ, ਉਹ ਬੋਰਡ ਦੇ ਵਿੱਚ ਆਮਦਨ ਇੰਨੀ ਜ਼ਿਆਦਾ ਨਹੀਂ ਹੁੰਦੀ, ਮੁਲਾਜ਼ਮ ਦੀ ਤਨਖਾਹ ਇੰਨੀ ਜ਼ਿਆਦਾ ਨਹੀਂ ਹੁੰਦੀ, ਲੇਕਿਨ ਉਹਨਾਂ ਦੀਆਂ ਵੱਡੀਆਂ ਜਿਹੜੀਆਂ ਕੋਠੀਆਂ ਹੈਗੀਆਂ ਨੇ ਉਸਾਰੀਆਂ ਹੋਈਆਂ ਦੇਖੀਆਂ ਤੇ ਲੋਕਾਂ ਦੇ ਵਿੱਚ ਬੜਾ ਗੁੱਸਾ ਵੀ ਇਹਨਾਂ ਦੀ ਇੰਨੀ ਆਮਦਨ ਨਾਲ ਇਹ ਘਰ ਇੰਨੇ ਵੱਡੇ ਕਿਵੇਂ ਬਣ ਗਏ। ਈਵਨ ਮੁਸਲਿਮ ਸਮਾਜ ਦੇ ਵਿੱਚੋਂ ਇਹ ਖਬਰ ਵੀ ਆਵਾਜ਼ ਵੀ ਉੱਠਦੀ ਆ ਵੀ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਨੇ ਉਹਨਾਂ ਦਾ ਉਹਨਾਂ ਨੂੰ ਟਰੇਸ ਕੀਤਾ ਜਾਵੇ ਕਿੱਥੋਂ ਪੈਸੇ ਆਏ ਉਹਨਾਂ ਦੇ, ਵੀ ਇੰਨੀਆਂ ਵੱਡੀਆਂ ਹੋ ਗਈਆਂ। ਬਹੁਤ ਵੱਡਾ ਸਵਾਲ ਹੈ। ਲੇਕਿਨ ਅੱਗੇ ਵਧੀਏ ਉਸ ਤੋਂ ਪਹਿਲਾਂ ਤੁਸੀਂ ਸਾਡੀ ਗੱਲ ਹੋਈ CEO ਵਕਫ ਬੋਰਡ ਦੇ CEO ਸਾਹਿਬ ਦੇ ਨਾਲ, ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਜ਼ਰੂਰ ਸੁਣੋ। हेलो हेलो हाँ जी नमस्कार सर। नमस्कार जी। हाँ जी CEO साहब बोल रहे वक्फ बोर्ड दे? जी सर ठाकुर अमनदीप सिंह गल कर रहे हैं जी चंडीगढ़ तो पत्रकार। की हाल चाल है सर? जी बोलो। ठीक है जी बोलो। सर मैं थोड़े नाम च कन्फ्यूज है थोड़ा जिहा, बड़ा नाम मैनूं दसोगे क्लीयर प्लीज? हाँ मैं लतीफ अहमद। लतीफ अहमद, ओके थैंक यू सर। लतीफ अफा हाँ जी लतीफ अहमद जी, ठीक है लतीफ अहमद जी। अच्छा अहमद साहब मैं ये गल करनी सी, मैं ना खरड़ आया सी वार्ड नंबर 6 ਦੇ ਵਿੱਚ ਸਵਰਾਜ ਨਗਰ। ਇੱਥੇ ਵਕਫ ਬੋਰਡ ਦੀ ਜ਼ਮੀਨ ਮੇਰੇ ਕੋਲ ਸਰਟੀਫਾਈਡ ਕਾਪੀ ਪਈ ਹੈ ਜਿਹੜੀ ਕਮੇਟੀ ਤੋਂ ਕਢਾਈ ਹੈ ਜੀ, ਉਹ ਵਕਫ ਬੋਰਡ ਦਾ ਕਬਰਿਸਤਾਨ ਹੈ ਜੀ ਇੱਥੇ। ਤੇ ਮੇਰੇ ਕੋਲ ਮੌਕੇ ਦੇ ਜਿਹੜੇ ਇਲਾਕਾ ਵਾਸੀ ਵੀ ਖੜੇ ਨੇ, ਬਜ਼ੁਰਗ ਖੜੇ ਨੇ ਜਿਨ੍ਹਾਂ ਨੇ ਕਿਹਾ ਵੀ 3-4 ਸਾਲ ਪਹਿਲਾਂ ਤੱਕ ਵੀ ਦਫਨਾਉਂਦੇ ਰਹੇ ਆ ਤੇ ਉੱਥੇ ਸਰ ਕੰਸਟਰਕਸ਼ਨ ਹੋ ਰਹੀ ਹੈ ਜੀ, ਸ਼ੋਰੂਮ ਕੱਟੇ ਗਏ ਨੇ, ਇੱਕ ਬਣ ਵੀ ਗਿਆ ਹੈ ਤੇ ਸੀਵਰੇਜ ਪੈ ਰਹੀ ਹੈ ਜੀ। ਇਹ ਪਰਮਿਸ਼ਨ ਮੇਰੇ ਤੋਂ ਪਹਿਲਾਂ ਬੋਰਡ ਫੈਸਲਾ ਲੈਂਦਾ ਹੈ, ਬੋਰਡ ਦੇ ਫੈਸਲੇ ਤੋਂ ਬਾਅਦ ਇਹ ਜ਼ਮੀਨ ਲੀਜ਼ ਤੇ ਦਿੱਤੀ ਗਈ ਹੈ ਮੇਰੇ ਆਉਣ ਤੋਂ ਪਹਿਲਾਂ। ਨਹੀਂ ਫਿਰ ਜੇ ਤੁਹਾਡੇ ਆਉਣ ਤੋਂ ਪਹਿਲਾਂ ਕੋਈ ਗਲਤੀ ਹੋਈ ਹੈ ਤੁਸੀਂ ਰੋਕੋਗੇ ਨਹੀਂ? ਗਲਤੀ ਨਹੀਂ ਹੈਗੀ। ਅਸੀਂ ਸਾਡੀ ਜਿਹੜੀ ਜ਼ਮੀਨ ਹੈ ਉਹ ਲੀਜ਼ ਤੇ ਦਿੰਦੇ ਹਾਂ, ਮਤਲਬ ਕਾਫੀ ਥਾਵਾਂ ਆਈਆਂ ਨੇ ਪੰਜਾਬ 'ਚ। ਅੱਛਾ ਲੀਜ਼ ਤੇ ਅਬੰਡੈਂਟ ਕਬਰਸਤਾਨ, ਹੁਣ ਮੇਰੀ ਬੇਨਤੀ ਸੁਣੋ ਜੀ ਸਰ। ਅਬੰਡੈਂਟ ਕਬਰਸਤਾਨ ਨੇ ਜਿੱਥੇ ਕੁਝ ਹੋਰ 47 ਮੁਸਲਿਮ ਪਾਪੂਲੇਸ਼ਨ ਸੀਗੀ ਤੇ ਉਸ ਤੋਂ ਬਾਅਦ ਨਹੀਂ ਹੈਗੀ ਜੀ, ਤੇ ਬੈਠ ਕੇ ਉਹ ਜ਼ਮੀਨ ਲੋਕ ਲੀਜ਼ ਤੇ ਲੈ ਜਾਂਦੇ ਉਸ ਆਪਣੀ ਤੇ ਕੋਈ ਵੀ ਕੰਸਟਰਕਸ਼ਨ ਐਕਟੀਵਿਟੀ ਜੋ ਕਰਦੇ ਉਹਦੇ ਲਈ ਉਹਨਾਂ ਨੂੰ ਡਿਊਲੀ ਨੋਟਿਸ ਦੇਣਾ ਪਏਗਾ। ਜੋ ਵੀ ਸੰਸਥਾ ਇੱਥੇ ਦੀ ਹੈਗੀ ਇੱਥੇ ਖਰੜ ਜਿਹੜਾ ਵੀ ਮਹਿਕਮਾ ਸਾਰਾ ਲੈ ਕੇ ਉਹ ਬਣਾਉਣਗੇ। ਹਾਂ ਉਹ ਪਰਮਿਸ਼ਨ ਨਹੀਂ ਮਿਲੀ ਹਲੇ। ਫਿਰ ਉਹ ਤਾਂ ਜਿਹੜੀ ਲੋਕਲ ਬੋਡੀ ਉਹਨਾਂ ਨੇ ਦੇਖਣਾ, ਸਾਡਾ ਤਾਂ ਅਸੀਂ ਆਪਣਾ ਕੰਮ ਕਰ ਚੁੱਕੇ ਹਾਂ। ਸਰ ਲੀਜ਼ ਦੇ ਵਿੱਚ ਪੱਕਾ ਸਟਰਕਚਰ ਦੀ ਪਰਮਿਸ਼ਨ ਹੈਗੀ ਹੈ ਜੀ? ਪਰਮਾਨੈਂਟ ਸਟਰਕਚਰ ਬਿਲਕੁਲ ਹੈਗੀ ਪਰਮਾਨੈਂਟ ਸਟਰਕਚਰ ਦੀ? ਹਾਂਜੀ। ਅੱਛਾ ਤੇ ਲੈਂਟਰ ਵੀ ਪੈ ਗਿਆ, ਲੈਂਟਰ ਪਾ ਸਕਦੇ ਆ? ਇਹ ਮੇਰੀ ਬੇਨਤੀ ਸੁਣੋ ਜਨਾਬ, ਤੁਸੀਂ ਜਿੰਨੀ ਗੱਲ ਮੇਰੇ ਨਾਲ ਕਰ ਰਹੇ ਲੋਕਲ ਮਿਊਨਿਸਪਲ ਕਾਰਪੋਰੇਸ਼ਨ ਦਾ ਕੰਮ ਹੈ ਜੋ ਵੀ ਵਕਫ ਬੋਰਡ ਨੂੰ ਪੁੱਛਣਾ ਸਰ। ਮੇਰੀ ਗੱਲ ਸੁਣੋ, ਮੈਂ ਸਵਾਲ ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰ ਰਿਹਾ ਸਰ ਕਿ ਤੁਸੀਂ ਤਾਂ ਲੀਜ਼ ਤੇ ਦੇਤੀ, ਲੀਜ਼ ਕਦੋਂ ਖਤਮ ਹੋਣੀ ਹੈ? ਇਹਦੀ ਮੇਰੇ ਖਿਆਲ 24 ਹੋਣੀ ਹੈ ਸ਼ਾਇਦ, ਜੋ ਮੈਨੂੰ ਕੰਟਰੈਕਟਰ ਸਾਹਿਬ ਨੇ ਦੱਸਿਆ ਹਰਿੰਦਰ ਜੀ ਨੇ। ਦੂਜੀ ਗੱਲ, ਜੇ ਤੁਸੀਂ ਲੀਜ਼ ਤੇ ਦਿੱਤੀ ਹੈ, ਬੰਦਾ ਪੱਕਾ ਸਟਰਕਚਰ ਬਣਾ ਰਿਹਾ, ਸ਼ੋਰੂਮ ਦੁਕਾਨਾਂ ਕੱਟਤੀਆਂ, ਇੱਕ ਬਣ ਵੀ ਗਿਆ ਸ਼ੋਰੂਮ, ਲੈਂਟਰ ਵੀ ਪੈ ਗਿਆ ਹੈ, ਉਹਨੇ ਤਾਂ ਇਹ ਤਾਂ ਜ਼ਮੀਨ ਹੀ ਵੇਚਤੀ, ਰਜਿਸਟਰੀ ਕਰਾਤੀ, ਫਿਰ ਤੁਸੀਂ ਕੀ ਕਰੋਗੇ ਜੀ? ਵਕਫ ਬੋਰਡ ਕੀ ਦੇਖੀ ਜਾਓਗੇ ਤੁਸੀਂ? ਰਜਿਸਟਰੀ ਜਦੋਂ ਕਰਾਊਗਾ ਤੇ ਲੀਜ਼ ਦੇ ਵਿੱਚ ਲਿਖਿਆ ਹੈ ਜਨਾਬ, ਉਹਦੇ ਵਿੱਚੋਂ ਜੀ ਬਾਹਰ ਬੋਰਡ ਲੱਗਿਆ। ਸਰ ਮੇਰੀ ਬੇਨਤੀ ਸੁਣੋ ਲਤੀਫ ਸਰ, ਉਹਨਾਂ ਨੇ ਕਿਹਾ ਮੇਰੀ ਗੱਲ ਹੋਈ ਪਹਿਲਾਂ ਸੇਲਸ ਡਿਪਾਰਟਮੈਂਟ ਦੇ ਨਾਲ, ਉਹਨਾਂ ਨੇ ਕਿਹਾ ਜੀ 3 ਜਾਂ 4 ਸ਼ੋਰੂਮ ਰਹਿ ਗਏ ਸਾਡੇ, ਬਾਕੀ ਸੇਲ ਹੋ ਗਏ ਸਾਰੇ। ਤੁਸੀਂ ਕਹਿ ਰਹੇ ਹੋ ਹਲੇ ਸੇਲ ਨਹੀਂ, ਰਜਿਸਟਰੀ ਨਹੀਂ ਹੋਣੀ, ਉਹ ਤਾਂ ਸੇਲ ਵੀ ਕਰੀ ਬੈਠੇ ਆ ਪੂਰੇ।
ਉਹ ਸੇਲ ਨਹੀਂ ਕਰ ਸਕਦੇ, ਉਹ ਮੈਂ ਚੈੱਕ ਕਰਵਾ ਲੂੰਗਾ। ਸਰ ਇੱਥੇ ਸੀਵਰੇਜ ਪੈ ਰਹੀ ਹੈ, ਸਭ ਕੁਝ ਪੱਕਾ ਕੰਸਟਰਕਸ਼ਨ ਹੋ ਰਹੀ ਹੈ ਸਰ, ਮਤਲਬ ਕਿ ਤੁਹਾਨੂੰ ਕਬਰਿਸਤਾਨ ਨਹੀਂ ਚਾਹੀਦਾ ਇੱਥੇ ਨਾ। ਤੇ ਮਤਲਬ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਆਪਣੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਲੀਜ਼ ਤੇ ਦਿੰਦੇ ਆ, ਜੇ ਉਹਨਾਂ ਤੇ ਉੱਥੇ ਕੁਝ ਬਣਾਉਣਾ ਹੈਗਾ ਤਾਂ ਉਹਦੀ ਪਰਮਿਸ਼ਨ ਲੈਂਦੇ ਆ। ਪਰਮਿਸ਼ਨ ਤਾਂ ਹੈ ਨਹੀਂ ਸਰ, ਮੈਂ ਤੁਹਾਨੂੰ ਦੱਸ ਰਿਹਾ ਜੀ, ਮੇਰੇ ਕੋਲ ਔਨ ਰਿਕਾਰਡ ਇਹ ਵਰਜਨ ਹੈ। ਚਲੋ ਉਹ ਤੁਹਾਡੇ ਸਿਰ ਤੇ ਪਾ ਰਿਹਾ ਸਰ, ਮੇਰੀ ਬੇਨਤੀ ਸੁਣੋ, ਉਹਨਾਂ ਨੇ ਤੁਹਾਡੇ ਸਿਰ ਤੇ ਪਾਇਆ ਹੈ ਕਿ ਅਸੀਂ ਤਾਂ ਪਰਮਿਸ਼ਨ ਲੈ ਲਈ ਹੋਈ ਹੈ ਇਹ ਕੰਸਟਰਕਸ਼ਨ ਕਰਨ ਦੀ ਪੱਕੇ ਦੀ। ਪਰਮਿਸ਼ਨ ਸਾਥੋਂ ਪਰਮਿਸ਼ਨ ਉਹ ਲੈਂਦੇ ਆ ਵੀ ਉਹ ਬਣਾ ਸਕਦੇ ਨੇ, ਪਰ ਜਿਹੜੀਆਂ ਲੋਕਲ ਸੰਸਥਾਵਾਂ ਨੇ ਜਿਹੜੇ ਵੀ ਮਹਿਕਮੇ ਦਾ ਐਨਓਸੀ ਉਹਨਾਂ ਤੋਂ ਲੈਣਾ ਹੁੰਦਾ ਉਹਨਾਂ ਨੇ। ਇਹ ਨਕਸ਼ਾ ਤੇ ਨਕਸ਼ਾ ਪਾਸ ਹੋ ਜਾਊਗਾ ਵਕਫ ਬੋਰਡ ਦੀ ਜ਼ਮੀਨ ਦੇ ਇੱਥੇ? ਹਾਂ ਹੋ ਜਾਂਦਾ ਜੀ। ਹਾਂਜੀ ਓਕੇ, ਚਲੋ ਬਹੁਤ ਬਹੁਤ ਧੰਨਵਾਦ ਸਰ। ਇਹ ਤਾਂ ਸੀ ਵਕਫ ਬੋਰਡ ਦੇ CEO ਸਾਹਿਬ। ਉਸ ਤੋਂ ਬਾਅਦ ਅਸੀਂ ਦੁਬਾਰਾ ਗੱਲ ਕੀਤੀ, ਕਿਉਂਕਿ ਪਿਛਲੀ ਖਬਰ ਵਿੱਚ ਵੀ ਗੱਲ ਕੀਤੀ ਸੀ, ਦੁਬਾਰਾ ਗੱਲ ਕੀਤੀ EO ਖਰੜ ਸਰਦਾਰ ਮਨਵੀਰ ਸਿੰਘ ਗਿੱਲ ਜੀ ਦੇ ਨਾਲ। ਉਹਨਾਂ ਨੇ ਕੀ ਕੁਝ ਕਿਹਾ ਉਹ ਗੌਰ ਨਾਲ ਜ਼ਰੂਰ ਸੁਣਿਓ। ਸਰ ਤੁਸੀਂ ਸੁਣੋ ਅੱਛਾ ਚਲੋ ਫਿਰ ਵਰਜਨ ਦੇ ਦਿਓ ਸਰ। ਜਿਹੜੀ ਸਵਰਾਜ, ਮੈਂ ਹੁਣ ਸਵਾਲ ਹੀ ਪੁੱਛ ਲੈਣਾ ਮੈਂ, ਜਿਹੜੀ ਸਵਰਾਜ ਨਗਰ ਦੇ ਵਿੱਚ ਵਕਫ ਬੋਰਡ ਦੀ ਜ਼ਮੀਨ ਤੇ ਦੁਕਾਨਾਂ ਬਣਦੀਆਂ ਪਈਆਂ ਨੇ, ਲੈਂਟਰ ਪੈ ਗਏ ਨੇ, ਕੀ ਤੁਹਾਡੇ ਕੋਲੋਂ ਨਕਸ਼ਾ ਪਾਸ ਕਰ ਦਿੱਤਾ ਗਿਆ ਉਹਦਾ? ਕੋਈ ਨਕਸ਼ਾ ਨਹੀਂ ਪਾਸ ਹੋਇਆ, ਨਾ ਉਹਦਾ ਸਬਮਿਟ ਹੋਇਆ ਜੀ। ਉਹ ਬੰਦਾ ਆ ਕੇ ਮਿਲਿਆ ਸੀ, ਅਸੀਂ ਨੋਟਿਸ ਉਹਨੂੰ ਇਸ਼ੂ ਕਰਤਾ। ਨਹੀਂ ਨੋਟਿਸ ਇਸ਼ੂ, ਸਿਰਫ ਨੋਟਿਸ ਇਸ਼ੂ ਕਰਨ ਤੱਕ ਕੀ ਕਾਰਵਾਈ ਹੋਣੀ ਹੈ, ਜਾਂ ਫਿਰ ਜਿਹੜਾ ਉੱਥੇ ਲੈਂਟਰ ਪੈ ਗਿਆ ਉਹਨੂੰ ਤੋੜੋਗੇ ਵੀ ਤੁਸੀਂ? ਨਾ ਜੀ ਹਾਂ, ਜੇ ਉਹਦੇ ਕਾਗਜ਼ ਪੱਤਰ ਠੀਕ ਹੋਏ ਫਿਰ ਤਾਂ ਉਹਨੂੰ ਕੰਪੋਜੀਸ਼ਨ ਲੈ ਕੇ ਪਾਸ ਕਰਾਂਗੇ, ਨਹੀਂ ਉਹ ਸਾਰੇ ਤੋੜ ਦਾਂਗੇ। ਸਰ ਇੱਕ ਮਿੰਟ ਸਰ ਗਿੱਲ ਸਾਹਿਬ ਤੁਸੀਂ ਆਪ ਹੀ ਕਹਿਤਾ ਨਕਸ਼ਾ ਪਾਸ ਨਹੀਂ ਹੈਗਾ, ਸਬਮਿਟ ਨਹੀਂ ਕਰਾਇਆ ਨਕਸ਼ਾ, ਫਿਰ ਤੁਸੀਂ ਹੁਣ ਉਡੀਕ ਕਿਸ ਚੀਜ਼ ਦੀ ਕਰ ਰਹੇ ਹੋ? ਬਿਨਾਂ ਨਕਸ਼ੇ ਤੋਂ ਉੱਥੇ ਕੰਸਟਰਕਸ਼ਨ ਹੋ ਗਈ ਹੈ ਜੀ, ਤੁਸੀਂ ਬੈਠ ਕੇ ਦੇਖੀ ਜਾਓਗੇ? ਉਹਦੇ ਹਾਲ ਸਾਰੇ ਦਾ ਥੋੜੀ ਦੇ ਧਿਆਨ ਚ ਲੈਂਦਾ ਹੈ ਧਿਆਨ ਸਰ ਬਣ ਗਿਆ ਹੈ ਜੀ, ਬਣਿਆ ਹੋਇਆ, ਤੁਸੀਂ ਖਬਰ ਦੇਖੀ ਹੋਣੀ ਹੈ, ਤੁਸੀਂ ਬਲੂ ਟਿਕ ਹੋ ਗਿਆ, ਤੁਸੀਂ ਖਬਰ ਦੇਖੀ ਹੈ, ਉੱਥੇ ਲੈਂਟਰ ਪੈ ਗਿਆ, ਤੁਸੀਂ ਹੁਣ ਉਡੀਕ ਕਿਹੜੀ ਗੱਲ ਦੀ ਕਰ ਰਹੇ ਹੋ? ਕਿਸੇ ਗੱਲ ਦੀ ਉਡੀਕ ਹੈ? ਤੁਸੀਂ ਸਰ ਮੇਰੀ ਬੇਨਤੀ ਸੁਣ ਲਓ ਸਰ, ਤੁਸੀਂ ਆਪ ਮੰਨ ਰਹੇ ਹੋ ਕਿ ਨਕਸ਼ਾ ਪਾਸ ਨਹੀਂ ਹੈਗਾ, ਬੰਦਾ ਮਿਲ ਕੇ ਗਿਆ ਹੈ, ਨਾ ਅਪਲਾਈ ਕੀਤਾ ਹੈ ਜੀ, ਸਬਮਿਟ ਕੀਤਾ ਹੈ, ਜੇ ਕੁਝ ਕੀਤਾ ਹੀ ਤੁਹਾਡੀ ਡਿਊਟੀ ਕੀ ਹੈ ਫਿਰ? ਤੁਸੀਂ ਬੈਠ ਕੇ ਦੇਖੀ ਜਾਓਗੇ, ਕਾਰਵਾਈ ਕਰੋਗੇ? ਮੇਰੀ ਗੱਲ ਸੁਣੋ, ਸਬਮਿਟ ਉਹਦੇ ਕਾਗਜ਼ ਤੁਹਾਨੂੰ ਦੱਸਿਆ ਵੀ ਸਾਰੇ ਕਰੇ ਹੋਏ ਨੇ, ਪਾਸ ਨਹੀਂ ਹੋਇਆ। ਪਾਸ ਹੋਣਾ ਤੇ ਸਬਮਿਟ ਕਰਨਾ ਦੋ ਅਲੱਗ-ਅਲੱਗ ਗੱਲਾਂ ਨੇ। ਠੀਕ ਹੈ, ਤੇ ਕਬਰਿਸਤਾਨ ਦੇ ਉੱਤੇ ਤੁਸੀਂ ਸ਼ਾਪਿੰਗ ਕੰਪਲੈਕਸ ਕੱਟਣ ਦੋਗੇ ਜੀ? ਇੱਕੋ ਹੀ ਗੱਲ ਦੇਖਣੀ ਹੈ, ਸਾਡਾ ਤਾਂ ਇੱਕੋ ਹੀ ਵੈਲਿਡ ਪੁਆਇੰਟ ਹੈ ਵੀ ਜੇ ਉਹਨਾਂ ਦੇ ਕਾਗਜ਼ ਪੱਤਰ ਠੀਕ ਹੈ ਤਾਂ ਉਸ ਹਿਸਾਬ ਨਾਲ ਕਾਰਵਾਈ ਹੋਊਗੀ, ਨਹੀਂ ਦੂਜੇ ਹਿਸਾਬ ਨਾਲ ਕਾਰਵਾਈ ਹੋਊਗੀ। ਤੁਸੀਂ ਇਹ ਦੱਸੋ ਕਿ ਕਬਰਿਸਤਾਨ ਦੇ ਉੱਤੇ, ਕਿਉਂਕਿ ਫਰਦਾਂ ਤਾਂ ਤੁਹਾਡੇ ਕੋਲ ਹੀ ਹੈ ਨਾ, ਸਾਰੀਆਂ ਕੋਲ ਡਿਪਾਰਟਮੈਂਟ ਦਾ ਕਾਉਂਸਲ ਕੋਲ ਪਿਆ ਹੁੰਦਾ ਸਾਰਾ ਕੁਝ, ਕਬਰਿਸਤਾਨ ਦੇ ਉੱਤੇ ਤੁਸੀਂ ਸ਼ਾਪਿੰਗ ਕੰਪਲੈਕਸ, ਉਹ ਵੀ ਲੀਜ਼ ਤੇ ਦੁਕਾਨਾਂ ਲਈ ਆ, ਮਤਲਬ ਲੀਜ਼ ਤੇ ਜਗ੍ਹਾ ਲਈ ਹੈ ਜੀ, ਤੁਸੀਂ ਸ਼ਾਪਿੰਗ ਕੰਪਲੈਕਸ ਕੱਟ ਕੇ ਵੇਚਣ ਦੋਗੇ? ਸ਼ਾਪਿੰਗ ਕੰਪਲੈਕਸ ਤੇ ਪਰਮਿਸ਼ਨ ਦੋਗੇ ਤੁਸੀਂ? EO ਸਾਹਿਬ ਦੇਣਗੇ ਪਰਮਿਸ਼ਨ ਸ਼ਾਪਿੰਗ ਕੰਪਲੈਕਸ ਤੇ ਉੱਥੇ ਨਕਸ਼ੇ ਦੀ ਕਬਰਿਸਤਾਨ ਦੇ ਉੱਤੇ? ਇਹਦਾ ਦੱਸੋ ਹਾਂ ਜਾਂ ਨਾ ਦਾ ਜਵਾਬ। ਮੇਰੀ ਗੱਲ ਸੁਣੋ, ਇਹਦਾ ਸਵਾਲ ਦਾ ਜਵਾਬ ਤੁਹਾਡੇ ਕੋਲੇ ਰੋਮਾ ਦੇ ਨਾਲ ਇੱਧਰ ਬੈਠੇ ਨੇ, ਉਹਨਾਂ ਨੂੰ ਇੱਕ ਵਾਰੀ ਉਹਨਾਂ ਨੂੰ ਜਗ੍ਹਾ ਕਬਰਿਸਤਾਨ ਦੀ ਤੁਸੀਂ ਲੀਜ਼ ਆਊਟ ਕਰੀ ਹੈ? ਸਰ ਲੀਜ਼ ਆਊਟ ਹੋਈ ਹੈ, ਲੀਜ਼ ਆਊਟ ਹੋਈ ਹੈ, ਪਰ ਕਬਰਿਸਤਾਨ ਦੇ ਉੱਤੇ ਨਕਸ਼ਾ ਪਾਸ ਕਰਨ ਦੀ ਸ਼ਾਪਿੰਗ ਮਾਲ ਦਾ ਜਾਂ ਦੁਕਾਨਾਂ ਦਾ ਉਹ ਪਰਮਿਸ਼ਨ ਤੁਸੀਂ ਦੇਣੀ ਹੈ ਜੀ। ਤੁਸੀਂ ਦੋਗੇ ਕਬਰਿਸਤਾਨ ਦੇ ਉੱਤੇ ਜਾਂ ਫਿਰ ਨਹੀਂ ਦੋਗੇ? ਬਿਜਲੀ ਪਾਣੀ ਦਾ ਕਨੈਕਸ਼ਨ ਦੋਗੇ ਜਾਂ ਨਹੀਂ? ਅਸੀਂ ਦਿੱਤੀ ਕਦੋਂ ਹੈ ਜੀ? ਨਹੀਂ ਮੈਂ ਕਹਿ ਰਿਹਾ ਦੋਗੇ ਕਿ ਨਹੀਂ? ਤੁਸੀਂ ਕਹਿ ਰਹੇ ਹੋ ਨਾ ਉਹਨੇ ਸਬਮਿਟ ਕਰਵਾਤਾ ਹੈ, ਤੁਸੀਂ ਦੋਗੇ ਪਰਮਿਸ਼ਨ ਕਿ ਨਹੀਂ, ਇਹ ਦੱਸੋ। ਸਾਡੀ ਜਿਹੜੀ ਲੀਗਲ ਟੀਮ ਤੇ ਸਾਡੀ ਜਿਹੜੀ ਟੈਕਨੀਕਲ ਟੀਮ ਹੈ ਇਹਨੂੰ ਚੰਗੀ ਤਰ੍ਹਾਂ ਭੋਗ ਰਹੀ ਹੈ, ਜੋ ਕਾਰਵਾਈ ਅਸੀਂ ਕਰ ਦਾਂਗੇ। ਮੈਂ ਸਿੰਪਲ ਗੱਲ ਹੈ ਜੀ। ਬਿਜਲੀ ਪਾਣੀ ਦਾ ਤੇ ਸੀਵਰੇਜ ਦਾ ਕਨੈਕਸ਼ਨ ਦੋਗੇ ਤੁਸੀਂ ਕਬਰਿਸਤਾਨ ਨੂੰ? ਉਹ ਤਾਂ ਅਗਲੀਆਂ ਗੱਲਾਂ ਨੇ ਨਾ ਜੀ, ਅਗਲੀਆਂ ਗੱਲਾਂ ਦੇਖ ਰਹੇ ਹੋ, ਸਾਡੇ 2-3 ਦਿਨ ਹੋ ਗਏ ਸਰ। ਅੱਛਾ ਸਰ ਹੁਣ ਤੁਸੀਂ ਅਗਲੀ ਗੱਲ ਕਹਿ ਦਿੱਤੀ, ਹੁਣ ਤੁਸੀਂ ਮੌਜੂਦਾ ਗੱਲ ਤੇ ਆ ਜਾਓ। ਜਿਹੜਾ ਉੱਥੇ ਸਮਾਨ ਪਿਆ ਹੈ, ਜਿਹੜੀ ਦੁਕਾਨ ਬਣ ਗਈ, ਲੈਂਟਰ ਪੈ ਗਿਆ, ਉਹਨੂੰ ਤੋੜੋਗੇ ਜਾਂ ਨਹੀਂ ਤੋੜੋਗੇ? ਕਿਉਂਕਿ ਉਹ ਤੁਸੀਂ ਖੁਦ ਮੰਨ ਰਹੇ ਹੋ ਪਰਮਿਸ਼ਨ ਵਾਲੀ ਦਿੱਤੀ ਜੀ ਨਕਸ਼ੇ ਦੀ, ਪਰ ਨਕਸ਼ਾ ਪਾਸ ਨਹੀਂ ਹੋਇਆ ਤੇ ਉਹ ਇਲੀਗਲ ਕੰਸਟਰਕਸ਼ਨ ਹੋ ਗਈ ਹੈ, ਉਹਦੇ ਉੱਤੇ ਕਾਰਵਾਈ ਕਰੋਗੇ ਜਾਂ ਬੈਠ ਕੇ ਦੇਖੋਗੇ? ਬਿਲਕੁਲ ਕਾਰਵਾਈ ਕਰਾਂਗੇ ਜੀ। ਤੋੜੋਗੇ ਉਹਨੂੰ? ਬਿਲਕੁਲ ਕਾਰਵਾਈ ਕਰਾਂਗੇ, ਜੋ ਕਾਰਵਾਈ ਨਹੀਂ ਸਾਡੇ ਲਾ ਦੇ ਵਿੱਚ ਉਹ ਹੋਊਗੀ। ਬਸ ਟੁੱਟਣਾ ਬਣਦਾ ਹੈ ਕਿ ਤੁਸੀਂ ਬਸ ਬੈਠ ਕੇ ਨੋਟਿਸ ਜਾਰੀ ਕਰਨ ਵਾਲੀ ਫਾਰਮੈਲਿਟੀ ਕਰੋਗੇ? ਇਹ ਬਹੁਤ ਜੋ ਬੰਦੀ ਕਾਰਵਾਈ ਹੈ ਤੁਹਾਨੂੰ ਸਰ ਮੈਂ ਬੇਨਤੀ ਉਹੀ ਕਰ ਸਰ, ਦੀਵਾਲੀ ਤੱਕ ਤਾਂ ਉਹ 4 ਦੁਕਾਨਾਂ ਹੋਰ ਬਣਾ ਦੇਣਗੇ ਜੀ। ਤੁਸੀਂ ਫਿਰ ਤੁਹਾਡਾ ਸਰ ਮੇਰੀ ਬੇਨਤੀ ਤਾਂ ਸੁਣ ਲਓ ਜੀ, ਮੈਂ ਇਹ ਕਹਿ ਰਿਹਾ ਸਰ ਇੱਕ ਵੀ ਲੱਗ ਗਈ ਉਹਦੀ, ਮੇਰੀ ਬੇਨਤੀ ਸੁਣ ਲਓ, ਜੇ ਹੁਣ ਤੋਂ ਬਾਅਦ ਇੱਕ ਵੀ ਲੱਗੀ ਹੋਈ ਉਹਦੀ ਤਾਂ ਸਾਰਾ ਕੁਝ ਡਿਮੋਲਿਸ਼ ਹੋ ਜਾਊਗਾ। ਬਸ ਨਹੀਂ, ਜੇ ਇੱਕ ਵੀ ਹੁਣ ਵੀ ਤਾਂ ਬਿਨਾਂ ਪਰਮਿਸ਼ਨ ਤੋਂ ਲੱਗੀਆਂ ਨੇ ਜੀ, ਹੁਣ ਕਿ ਨਹੀਂ ਰੋਕਿਆ ਤੁਹਾਨੂੰ? ਜਾਂ ਫਿਰ ਦਬਾਏ ਕੋਈ ਜਾਂ ਸੈਟਲਮੈਂਟ ਹੋਈ ਹੈ ਕੋਈ, ਤਾਂ ਵੀ ਦੱਸ ਦਿਓ ਜੀ।
ਕੋਈ ਦਬਾਅ ਨਹੀਂ, ਕੋਈ ਉਹ ਨਹੀਂ ਹੈਗਾ ਜੀ। ਉਹਦੇ ਬਲੈਕਮੇਲਰ ਪੰਜ ਸੱਤ ਬਲੈਕਮੇਲਰ ਪਿੱਛੇ ਲੱਗੇ ਹੋਏ ਨੇ। ਅਸੀਂ ਅਗਲੇ ਨੂੰ ਬਲੈਕਮੇਲਰ ਤੋਂ ਵੀ ਪ੍ਰੋਟੈਕਟ ਕਰਨਾ ਹੈ। ਕਿਹੜੇ ਬਲੈਕਮੇਲਰ ਰਾਈਟ ਦੇ ਮੁਤਾਬਕ ਨਹੀਂ ਸਰ ਤੁਸੀਂ ਕੌਣ ਹੁੰਦੇ ਹੋ ਜੀ? ਬਲੈਕਮੇਲਰ ਕੌਣ ਹੈ ਕੌਣ ਨਹੀਂ ਇਹ ਕਹਿਣ ਵਾਲੇ? ਤੁਹਾਨੂੰ ਕਿਵੇਂ ਪਤਾ ਬਲੈਕਮੇਲਰ ਹੈਗੇ ਕਿ ਨਹੀਂ ਹੈਗੇ ਪਿੱਛੇ? ਸਰ ਇੱਕ ਮਿੰਟ, ਤੁਹਾਨੂੰ ਸਰ ਮੇਰੀ ਬੇਨਤੀ ਸੁਣੋ। ਮੇਰੀ ਬੋਲ ਕੇ ਗਏ ਜੀ ਉਹ ਠੀਕ ਹੈ ਬੋਲ ਕੇ ਗਏ। ਸਰ ਤੁਸੀਂ ਉਹਨਾਂ ਦੇ ਬੁਲਾ ਰਹੇ ਹੋ ਜਾਂ ਤੁਸੀਂ ਸਰਕਾਰ ਦੇ ਨੁਮਾਇੰਦੇ ਹੋ? ਤੁਸੀਂ ਜਿਹੜੇ ਇਲੀਗਲ ਜਿਹੜੇ ਕੰਸਟਰਕਸ਼ਨ ਕਰ ਰਹੇ ਤੁਸੀਂ ਉਹਨਾਂ ਦੇ ਬੁਲਾਰੇ ਵਾਂਗ ਗੱਲ ਕਰ ਰਹੇ ਹੋ ਜਾਂ ਫਿਰ ਸਰਕਾਰ ਦੇ ਨੁਮਾਇੰਦੇ ਵਾਂਗ? ਪ੍ਰੈਸ ਦੇ ਸਾਹਮਣੇ ਹੀ ਬੋਲ ਕੇ ਗਏ। ਤੁਸੀਂ ਉਹਨਾਂ ਦੇ ਬੁਲਾ ਰਹੇ ਹੋ ਜਿਹੜੇ ਇਲੀਗਲ ਕੰਸਟਰਕਸ਼ਨ ਕਰ ਰਹੇ ਨੇ, ਤੁਸੀਂ ਉਹਨਾਂ ਦੇ ਬੁਲਾ ਰਹੇ ਹੋ? ਸਪੋਕਸਪਰਸਨ ਉਹਨਾਂ ਦੇ? ਇਹ ਤੁਹਾਡਾ ਵੈਲਿਡ ਕੁਐਸਚਨ ਨਹੀਂ ਹੈਗਾ ਜੀ। ਤੁਸੀਂ ਉਹਨਾਂ ਦਾ ਪੱਖ ਦੇ ਰਹੇ ਹੋ। ਤੁਸੀਂ ਕਹਿ ਰਹੇ ਹੋ ਗਿੱਲ ਸਾਹਿਬ ਮੈਂ ਤੁਹਾਡੀ ਗੱਲ ਚੋਂ ਹੀ ਗੱਲ ਕੱਢੀ ਹੈ ਜੀ। ਤੁਸੀਂ ਕਹਿ ਰਹੇ ਹੋ ਜੀ ਇੱਥੇ ਉਹ ਪ੍ਰੈਸ ਸਾਹਮਣੇ ਕਹਿ ਕੇ ਗਏ ਨੇ, ਮੈਨੂੰ ਦੱਸ ਕੇ ਗਏ ਨੇ ਕਿ 5 ਜਣੇ। ਤੁਸੀਂ ਬਾਇਸ ਸਰ ਮੈਂ ਸਵਾਲ ਕਰਾਂਗਾ ਜੀ। ਹਾਂ ਤੁਸੀਂ ਬੋਲੋ, ਮੈਨੂੰ ਦੱਸੋ ਬਾਇਸ ਕੀ ਕੀਤੀ ਹੈ ਤੁਸੀਂ? ਮੈਨੂੰ ਬਾਇਸ ਰਿਪੋਰਟਿੰਗ ਨਾ ਕਰੋ। ਤੁਸੀਂ ਮੈਨੂੰ ਇਹ ਦੱਸੋ ਮੈਂ ਬਾਇਸ ਕੀ ਕੀਤੀ ਹੈ, ਫਿਰ ਮੈਂ ਤੁਹਾਨੂੰ ਦੱਸਦਾ ਤੁਸੀਂ ਉਹਨਾਂ ਦੇ ਬੁਲਾਰੇ ਕਿਵੇਂ ਹੋ। ਤੁਸੀਂ ਮੈਨੂੰ ਦੱਸੋ ਮੈਂ ਬਾਇਸ ਕਿਵੇਂ ਕੀਤੀ ਹੈ। ਤੁਸੀਂ ਮੰਨ ਰਹੇ ਹੋ ਗਿੱਲ ਸਾਹਿਬ? ਦੋਨਾਂ ਪਾਰਟੀਆਂ ਦਾ ਸੋਚਿਆ ਗੱਲ ਗਿੱਲ ਸਾਹਿਬ ਤੁਸੀਂ ਖਬਰ ਹੀ ਨਹੀਂ ਦੇਖੀ ਗਿੱਲ ਸਾਹਿਬ? ਖਬਰ 'ਚ ਤੁਹਾਡਾ ਪੱਖ ਲੱਗਿਆ, ਦੋਨੋਂ ਪਾਰਟੀਆਂ ਦਾ ਪੱਖ ਲੱਗਿਆ, ਤੁਸੀਂ ਕਰੀ ਕੀ ਜਾਂਦੇ ਹੋ? ਮੈਂ ਤਾਂ ਦੇਖੀ ਨਹੀਂ ਖਬਰ। ਮੈਂ ਤਾਂ ਕਿਉਂ ਨਹੀਂ ਦੇਖੀ? ਗਲਤੀ ਮੇਰੀ ਨਹੀਂ, ਗਲਤੀ ਤੁਹਾਡੀ ਹੈ। ਫਿਰ ਨਾਲੇ ਗਿੱਲ ਸਾਹਿਬ ਮੇਰੀ ਗੱਲ ਸੁਣੋ, ਮੇਰੀ ਬੇਨਤੀ ਇੰਨੀ ਕੁ ਹੈ, ਤੁਸੀਂ ਉਹਨਾਂ ਦਾ ਪੱਖ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੇ ਮੀਡੀਆ ਸਾਹਮਣੇ ਇਦਾਂ ਕੀਤਾ ਉੱਦਾਂ ਕੀਤਾ ਫਲਾਣਾ ਕੀਤਾ ਢੀਂਗਣਾ ਕੀਤਾ। ਜਿਹੜੀ ਤੁਹਾਡੀ ਅੱਖਾਂ ਸਾਹਮਣੇ ਗੱਲ ਹੋ ਗਈ ਮੇਰੇ ਲੀਗਲ ਗੱਲ ਹੋਈ ਸੀ, ਮੇਰੇ ਦਫ਼ਤਰ ਦੇ ਸਾਹਮਣੇ ਵਰਜਨ ਲੈ ਕੇ ਗਏ ਸੀ ਪ੍ਰੈਸ ਵਾਲੇ ਦਾ। ਉਹ ਠੀਕ ਹੈ, ਤੁਸੀਂ ਉਹਨਾਂ ਦੀ ਗੱਲ ਤਾਂ ਮੰਨ ਲਈ, ਪਰ ਤੁਸੀਂ ਖੁਦ ਕਹਿ ਰਹੇ ਹੋ ਵੀ ਨਕਸ਼ਾ ਪਾਸ ਨਹੀਂ ਹੋਇਆ, ਕੰਸਟਰਕਸ਼ਨ ਹੋ ਗਈ ਹੈ। ਇਹਦਾ ਮਤਲਬ ਤੁਹਾਡੀ ਮਿਲੀ ਭੁਗਤ ਹੈਗੀ ਹੈ। ਜੇ ਇਲੀਗਲ ਕੰਸਟਰਕਸ਼ਨ ਹੋ ਗਈ ਬਿਨਾਂ ਨਕਸ਼ਾ ਪਾਸ ਹੋਏ, ਤੁਸੀਂ ਤੋੜ ਵੀ ਨਹੀਂ ਰਹੇ ਹੁਣ। ਇਹਦਾ ਜਵਾਬ ਦਿਓ ਤੁਸੀਂ, ਕੀ ਹੈ ਤੁਹਾਡੇ ਕੋਲ ਜਵਾਬ? ਤੁਸੀਂ ਆਪ ਕਹਿ ਰਹੇ ਹੋ ਨਕਸ਼ਾ ਪਾਸ ਨਹੀਂ ਕੀਤਾ। ਮੇਰੀ ਗੱਲ ਸੁਣੋ, 5 ਦਿਨ ਇਹ ਗੱਲਾਂ ਸਿਰਫ ਮੀਡੀਆ ਤੇ ਚੱਲਦੀਆਂ ਰਹੀਆਂ, ਸੋਸ਼ਲ ਮੀਡੀਆ ਤੇ। ਮੇਰੇ ਕੋਲ ਕੋਈ ਅਰਜ਼ੀ ਨਹੀਂ ਆਈ ਸੀ ਉਹਨਾਂ ਦੀ। ਹੁਣ ਮੇਰੇ ਕੋਲ ਐਪਲੀਕੇਸ਼ਨ ਆਈ ਹੋਈ ਹੈ, ਮੈਂ ਆਪਣੀ ਟੈਕਨੀਕਲ ਟੀਮ ਨੂੰ ਮਾਰਕ ਕਰੀ ਹੋਈ ਹੈ। ਉਸ ਦੇ 2-3 ਦਿਨਾਂ ਦੇ ਹਜੇ ਆਪਣੇ ਜਿਹੜੇ ਟੈਕਨੀਕਲ ਟੈਕਨੀਕਲ ਟੀਮ ਜਦੋਂ ਦੇਖੂਗੀ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਬਿਨਾਂ ਨਕਸ਼ਾ ਪਾਸ ਕਰਾਏ ਕਿਸੇ ਨੇ ਵੀ ਕੰਸਟਰਕਸ਼ਨ ਕਰ ਲਈ ਹੈ ਜੀ। ਤੁਸੀਂ ਖੁਦ ਮੰਨ ਰਹੇ ਹੋ ਇਸ ਗੱਲ ਨੂੰ ਔਨ ਰਿਕਾਰਡ ਕਿ ਨਕਸ਼ਾ ਪਾਸ ਕੀਤਾ ਹੀ ਨਹੀਂ ਅਸੀਂ। ਜੇ ਨਹੀਂ ਕੀਤਾ, ਕੰਸਟਰਕਸ਼ਨ ਹੋ ਗਈ ਹੈ, ਤੁਹਾਡੇ ਧਿਆਨ 'ਚ ਗੱਲ ਆ ਗਈ ਹੈ, ਤੁਸੀਂ ਉਡੀ ਕਿਹੜੀ ਗੱਲ ਦੀ ਕਰ ਰਹੇ ਹੋ? ਮੈਂ ਤੁਹਾਨੂੰ ਜਿਹੜੀ ਦੋਨੇ ਪਾਰਟੀਆਂ ਨੂੰ ਸੁਣ ਲਿਆ ਨਾ ਜੀ ਆਪਾਂ। ਸਰ ਮੈਂ ਦੋਨੋਂ ਪਾਰਟੀਆਂ ਦੀ ਗੱਲ ਨਹੀਂ ਕਰ ਰਿਹਾ। ਮੈਂ ਤੁਹਾਡੇ ਰੋਲ ਦੀ ਗੱਲ ਕਰ ਰਿਹਾ ਜੀ। ਤੁਹਾਡੀ ਜ਼ਿੰਮੇਵਾਰੀ ਹੈਗੀ ਹੈ ਸ਼ਹਿਰ ਦੇ ਵਿੱਚ ਇਲੀਗਲ ਉਸਾਰੀਆਂ ਨੂੰ ਰੋਕਣਾ, ਬਿਨਾਂ ਨਕਸ਼ੇ ਪਾਸ ਹੋਏ ਕੰਸਟਰਕਸ਼ਨ ਨੂੰ ਰੋਕਣਾ। ਜੇ ਤੁਹਾਡੀ ਨਜ਼ਰ 'ਚ ਆ ਕੇ, ਨਾਲੇ ਤੁਸੀਂ ਖੁਦ ਬਿਆਨ ਕੀਤਾ ਹੈ ਕਿ ਅਸੀਂ ਨਕਸ਼ਾ ਪਾਸ ਨਹੀਂ ਕੀਤਾ ਹੈ, ਤੁਸੀਂ ਖੁਦ ਬਿਆਨ ਕੀਤਾ ਹੈ। ਜੇ ਨਕਸ਼ਾ ਪਾਸ ਨਹੀਂ ਕੀਤਾ ਹੈ, ਤੁਹਾਡੇ ਧਿਆਨ 'ਚ ਵੀ ਗੱਲ ਆ ਗਈ ਹੈ, ਇਲੀਗਲ ਕੰਸਟਰਕਸ਼ਨ ਹੋ ਗਈ ਹੈ, ਦੁਕਾਨ ਬਣ ਗਈ ਹੈ, ਲੈਂਟਰ ਪੈ ਗਿਆ ਹੈ, ਸਮਾਨ ਉੱਥੇ ਹੋਰ ਪਿਆ ਹੈ, ਸੀਵਰੇਜ ਦੇ ਉਹਨਾਂ ਨੇ ਥੱਲੇ ਗਟਰ ਪੁੱਟਤੇ ਹੈ, ਤੁਸੀਂ ਉਡੀ ਕਿਹੜੀ ਗੱਲ ਦੀ ਕਰ ਰਹੇ ਹੋ ਸਰ? ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ? ਇਹਦਾ ਜਵਾਬ ਦਿਓ। ਟੈਕਨੀਕਲ ਟੀਮ ਦੇ ਸੁਣੋ ਸਰ, ਇੱਕ ਮਿੰਟ ਸਰ, ਮੇਰੀ ਬੇਨਤੀ ਸੁਣੋ। ਟੈਕਨੀਕਲ ਟੀਮ ਤੇ ਗੱਲ ਸੁੱਟ ਕੇ ਤੁਸੀਂ ਗੱਲ ਨੂੰ ਮੁਕਾਓ ਨਾ। ਮੈਂ ਇਹ ਕਹਿ ਰਿਹਾ ਤੁਹਾਨੂੰ ਇਹ ਵੀ ਪਤਾ ਇਲੀਗਲ ਕੰਸਟਰਕਸ਼ਨ ਹੈ, ਤੁਸੀਂ ਇਹ ਵੀ ਬਿਆਨ ਕਰਤਾ ਵੀ ਅਸੀਂ ਪਰਮਿਸ਼ਨ ਨਹੀਂ ਦਿੱਤੀ ਹੈ, ਫਿਰ ਉਡੀ ਕਿਹੜੀ ਗਲਤੀ ਹੈ ਜੀ? ਤੋੜਦੇ ਕਿਉਂ ਨਹੀਂ ਤੁਸੀਂ ਉੱਥੇ? ਕਿਹੜੀ ਮਜਬੂਰੀ ਹੈ ਤੁਹਾਡੀ? ਮੈਂ ਆਪਣੀ ਟੀਮ ਨੂੰ ਕਹਿ ਰੱਖਿਆ ਨਾ ਜੀ। ਕਿਆ ਤੋੜਨ ਨੂੰ ਬੋਲਿਆ? ਹੁਣ ਮੈਂ ਇਹ ਸਾਰੀਆਂ ਗੱਲਾਂ ਮੈਂ ਤੇ ਤੁਸੀਂ ਪੈਸੇ ਨਹੀਂ ਨਾ ਬੋਲ ਸਕਦਾ ਜੀ। ਇਹ ਕਿਉਂ ਨਹੀਂ ਬੋਲ ਸਕਦੇ ਜੀ? ਜਾਂ ਤਾਂ ਕੋਈ ਤੁਹਾਡੀ ਦਬਾਅ ਹੈਗਾ, ਕੋਈ ਸੈਟਿੰਗ ਹੋਈ ਹੈ ਤਾਂ ਦੱਸੋ, ਤਾਂ ਨਹੀਂ ਬੋਲ ਸਕਦੇ। ਨਹੀਂ ਤਾਂ ਤੁਸੀਂ ਜੇ ਤੁਸੀਂ ਉਹਨਾਂ ਦੇ ਸਰ ਜਿਵੇਂ ਤੁਹਾਡਾ ਲਾਲੂ ਵਾਲਾ ਰਿਕਾਰਡ ਕਰਦੇ ਹੋ, ਗਿੱਲ ਸਾਹਿਬ, ਮਨਵੀਰ ਸਿੰਘ ਗਿੱਲ ਜੀ, ਉਹਦੀ ਗੱਲ ਕਰੋ, ਐ ਨਾ ਬੋਲੋ ਫਿਰ ਤੁਸੀਂ ਜਾਣ ਬੁੱਝ ਕੇ ਤੁਸੀਂ ਬੋਲ ਰਹੇ ਹੋ ਜੀ। ਸਰ ਤੁਹਾਨੂੰ ਮੈਂ ਥੋੜਾ ਟਾਈਮ ਸੇਵ ਕਰ ਲਾਂਗੇ। ਤੁਸੀਂ ਸਾਫ਼ ਤੌਰ ਤੇ ਗੱਲ ਸਿੱਧੀ ਤੌਰ ਤੇ ਕਹਿ ਦਈਏ ਵੀ ਨਕਸ਼ਾ ਪਾਸ। ਇਸ ਨੀਓ ਖਰੜ ਇੱਕ ਪਾਸੇ ਵਕਫ ਬੋਰਡ ਦੇ ਸੀਓ ਸਾਹਿਬ ਕਹਿੰਦੇ ਨੇ ਵੀ ਅਸੀਂ ਲੀਜ਼ ਆਰਡਰ ਦਿੱਤਾ ਹੈ, ਪਰ ਜੋ ਕੁਝ ਵੀ ਉੱਥੇ ਕੰਸਟਰਕਸ਼ਨ ਕੀਤੀ ਜਾਣੀ ਹੈ ਉਸ ਦੀ ਪਰਮਿਸ਼ਨ ਲੋਕਲ ਪ੍ਰਸ਼ਾਸਨ ਵੱਲੋਂ ਲੈਣੀ ਜ਼ਰੂਰੀ ਹੈ, ਯਾਨੀ ਕਿ ਨਕਸ਼ਾ ਪਾਸ ਕਰਵਾਉਣਾ ਜ਼ਰੂਰੀ ਹੈ। ਡਾਕਟਰ ਸਾਹਿਬ, CEO ਸਾਹਿਬ ਕਹਿੰਦੇ ਨਕਸ਼ਾ ਪਾਸ ਕਰਾਉਣਾ ਜ਼ਰੂਰੀ ਹੈ, EO ਖਰੜ ਕਹਿੰਦੇ ਨੇ ਨਕਸ਼ਾ ਅਸੀਂ ਪਾਸ ਹੀ ਨਹੀਂ ਕੀਤਾ, ਮੰਨਦੇ ਵੀ ਨੇ। ਅਸੀਂ ਬੋਲਿਆ ਫਿਰ ਇਹ ਉਸਾਰੀ ਕਿਵੇਂ ਹੋਗੀ, ਐਕਸ਼ਨ ਕਿਉਂ ਨਹੀਂ ਲੈਂਦੇ? ਟੈਕਨੀਕਲ ਟੀਮ ਕਹਿੰਦੇ ਦੇਖ ਰਹੀ ਹੈ, ਦੇਖਣ 'ਚ ਹੈ ਕੀ ਇਹਦੇ ਵਿੱਚ? ਹੁਣ ਦੇਖੋ, ਜੇ ਅਸੀਂ ਵੈਸੇ ਮੋਟਾ ਜਿਹਾ ਦੇਖੀਏ, ਕਿਉਂਕਿ ਏਰੀਆ ਮਿਊਨਿਸਪੈਲਿਟੀ ਦਾ ਪੈਂਦਾ ਹੈਗਾ ਤੇ ਇੱਥੇ ਜ਼ਿੰਮੇਵਾਰੀ ਮਿਊਨਿਸਪੈਲਿਟੀ ਦੀ ਬਣਦੀ ਆ ਕਿ ਕਿਹੋ ਜਿਹੀਆਂ ਸੜਕਾਂ ਬਣਾਉਣੀਆਂ ਨੇ, ਕਿਹੋ ਜਿਹੇ ਘਰ ਬਣਨਗੇ ਇੱਥੇ, ਇਹ ਮੈਪ ਦੀ ਜ਼ਿੰਮੇਵਾਰੀ ਇਹਨਾਂ ਦੀ ਹੋਏਗੀ। ਲੇਕਿਨ ਇਨ ਕੋਲੈਬੋਰੇਸ਼ਨ ਵਿਦ ਪੰਜਾਬ ਵਕਫ ਬੋਰਡ ਨੇ ਉਹਨਾਂ ਨੂੰ NOC ਦੇਗਾ ਵੀ ਹਾਂ ਇਹ ਬਣਾ ਸਕਦੇ ਆ, ਤੇ ਉਹਦੇ ਬਾਅਦ 'ਚ ਨਕਸ਼ਾ ਇਹ ਪਾਸ ਕਰਨਗੇ। ਤੇ ਲੇਕਿਨ ਇੱਥੇ ਨਕਸ਼ੇ ਪਾਸ ਨਹੀਂ ਹੋਏ, ਕੰਸਟਰਕਸ਼ਨਾਂ ਚਾਲੂ ਹੋ ਗਈਆਂ। ਜਦੋਂ ਅਜਿਹਾ ਕੁਝ ਹੁੰਦਾ, ਇਹਦਾ ਮਤਲਬ ਹੈਗਾ ਰਲ ਮਿਲ ਕੇ ਚੱਲ ਰਿਹਾ ਸਭ ਕੁਝ। ਅੱਛਾ, ਸੈਫ ਉਰ ਰਹਿਮਾਨ ਸਾਹਿਬ,
ਨਕਸ਼ਾ ਪਾਸ ਨਹੀਂ ਹੋਇਆ, ਵਕਫ ਬੋਰਡ ਕੀ ਐਸੀ ਐਨਓਸੀ ਦੇ ਸਕਦਾ ਹੈ ਕਿ ਤੁਸੀਂ ਵਕਫ ਬੋਰਡ ਦੀ ਜ਼ਮੀਨ ਨੂੰ ਪਲਾਟ ਕੱਟ ਕੇ, ਦੁਕਾਨਾਂ ਬਣਾ ਕੇ, ਸ਼ੋਰੂਮ ਬਣਾ ਕੇ ਤੁਸੀਂ ਇਸ ਨੂੰ ਸੇਲ ਆਊਟ ਕਰ ਦਿਓ? ਇਹ ਪਰਮਿਸ਼ਨ ਦੇ ਸਕਦਾ ਹੈ ਵਕਫ, ਐਨਓਸੀ ਦੇ ਸਕਦਾ ਹੈ? ਜਿੰਨਾ ਹੀ ਮੇਰੀ ਜਾਣਕਾਰੀ ਉਹਦੇ ਮੁਤਾबिक ਇਹ ਟਾਈਮ ਤੋਂ ਪਹਿਲੇ ਜਦੋਂ ਤੁਹਾਡਾ एग्रीमेंट होता है, लीज होता है, उस वेले ਤੁਸੀਂ ਹਿੰਦੀ 'ਚ ਕੰਫर्टेबल हो, हिंदी बोलो। हाँ, जब आप ये करते हो, क्या कहते हैं, आप रिक्वेस्ट डालते हो कि मुझे ये ज़मीन चाहिए, करना क्या है, आपका प्रोजेक्ट एजेंडा आप बताते हो। उस टाइम में कहते हैं मुझे मार्केट बनाना है, मुझे ये करना है, मुझे स्कूल बनाना है। अगर बोर्ड ने उस टाइम दे दिया आपको, फिर तो आप जो मर्जी कर लो। जब बोर्ड ने लेकिन जो लीज ही 3 साल 4 साल एक लिमिटेड पीरियड के लिए हो रही है, तो कोई भी शख्स परमानेंट स्ट्रक्चर उस पर कैसे कर सकता नहीं कर सकता ना भाई यही तो कह रहे हैं गलत। है? फिर ये कैसे हो रही है? ये नहीं, यही तो गलत हो रहा है। पैसे उनको मिल रहे हैं, बैठे वो बैठ उनके दफ्तर में पैसे जा रहा है, बैठे अपना काम कर रहे हैं, वो अपना काम कर रहे हैं, पैसे साइड से जा रहा है उनको। अदरवाइज जब इन्फॉर्मेशन मिल गई इमीडिएट हम क्यों खड़े हैं, उनकी ड्यूटी है। लास्ट टाइम मेरे जो पहले चेयरमैन थे, इससे पहले वक्फ बोर्ड के, मेरी उनसे पर्सनली मेरी मुलाकात हुई, कुछ मेरी थोड़ी सी बहस भी हुई थी थोड़ी सी, तो मेरे पे कुछ इल्ज़ाम लगा रहे थे। मैंने यही सवाल किया था कि सर ये आपका काम, मेरा काम नहीं है। बोर्ड की ज़मीन, बोर्ड की प्रॉपर्टी को मेंटेन करना आप मेंटेन करो, मैं आपके ऑफिस से बाहर जा रहा हूँ। अगर नहीं करोगे मैं हर बार आऊँगा, मेरे जैसे हज़ारों लाखों लोग आएंगे। आज भी मैं वही कह रहा हूँ यहाँ पे खड़े होकर के कि अगर आप मेंटेन करोगे, जब कंस्ट्रक्शन हो रहा है बोर्ड की टीम आनी चाहिए थी, उसको रोकना चाहिए था कि ये नहीं होना है, रोको। जो भी इसमें जो है उसके पुलिस है, प्रशासन है, जो भी है उसको आप बुलाओ, उनसे एक्शन दो, एक्शन करवाओ। आपने कोई कंप्लेन करी, हमने कह दिया बोर्ड को कि बोर्ड गलत हो रहा है। बोर्ड कहता है मुझे जानकारी नहीं है, बोर्ड ने FIR कराया। बोर्ड को चाहिए इमीडिएट FIR कराता बिल्डर के खिलाफ। जानकारी नहीं थी, अब तो खबर चल गई है, उनका पक्ष भी लिया है, उनको पता चल गया है। अभी बोर्ड ने क्या किया है? मैं वही कह रहा हूँ कि बोर्ड को चाहिए था सबसे पहले FIR कराता बिल्डर के खिलाफ या जो लोग इसमें इन्वॉल्व है उसके खिलाफ। क्या लीज होल्डर के खिलाफ एग्जैक्टली। तो क्या उसने कोई एक्शन लिया? नहीं लिया। इसका मतलब सीधा सा जाता है, और जैसा मैंने पहले भी कहा था कि ये सब पार्लियामेंट तक ये मुद्दा जा चुका है कि ये बोर्ड सिर्फ प्रॉपर्टी को दबाने के लिए, उसको डिस्ट्रॉय करने के लिए, उससे इलीगल पैसे उगाही करने के लिए बैठी है। बोर्ड का और कोई मतलब ही नहीं है। पहला सवाल तो ये होता है कि बोर्ड ही ख़त्म कर दिया जाए। बोर्ड के जितने भी मुलाजिम हैं, एक भी अपनी ड्यूटी सही से नहीं कर रहा होता तो शायद हम आप यहाँ पे खड़े नहीं होते। बिल्कुल। ਡਾਕਟਰ ਸਾਹਿਬ, ਜੈਸੇ ਪਿਛਲੀ ਜੋ ਖਬਰ ਥੀ, ਤੁਸੀਂ ਤਾਂ ਪੰਜਾਬੀ ਸਮਝ ਲੈਣੀ, ਜਿਹੜੀ ਪਿਛਲੀ ਖਬਰ ਸੀ ਉਹਦੇ ਵਿੱਚ ਅਸੀਂ ਦਿਖਾਇਆ ਸੀ ਦੀਵਾਰ ਦੇ ਬਾਹਰ ਇੱਕ ਬੋਰਡ ਲੱਗਿਆ ਸੀ ਖਰੜ ਸਿਟੀ ਸੈਂਟਰ ਦਾ, ਤੇ ਇੰਨਾ ਕਸਰ ਹੋਇਆ ਹੈ ਕਿ ਅੱਜ ਉਹ ਬੋਰਡ ਨਹੀਂ ਲੱਗਿਆ, ਸੇਲਸ ਦੇ ਨੰਬਰ ਲੱਗੇ ਸੀਗੇ। ਹੁਣ ਜਿਹੜੇ ਬੰਦੇ ਨੇ ਇੱਕ ਲਿਮਿਟਿਡ ਪੀਰੀਅਡ ਵਾਸਤੇ ਜ਼ਮੀਨ ਲੀਜ਼ ਤੇ ਲਈ ਹੈ ਜੀ, ਤੇ ਉਹ ਸੇਲ ਕਿਵੇਂ, ਉਹ ਬੋਰਡ ਕਿਵੇਂ ਜਸਟੀਫਾਈ ਕਰ ਸਕਦੇ ਨੇ? ਉਹਦੇ 'ਚ ਕਿਹਾ ਗਿਆ ਹੈ ਵੀ ਸਿਰਫ 4 ਸ਼ੋਰੂਮ ਰਹਿ ਗਏ, 2 ਦੁਕਾਨਾਂ ਰਹਿ ਗਈਆਂ, ਬਾਕੀ ਵਿਕ ਗਿਆ। ਇਹਦਾ ਹੁਣ ਮਤਲਬ ਕੀ ਕੱਢੀਏ ਅਸੀਂ? ਦੇਖੋ ਜੀ, ਇਹ ਉਹਨੇ ਜਿਹੜਾ ਜੋ ਕੁਝ ਹੋ ਗਿਆ ਉਹਦੇ ਉੱਪਰ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਬੋਰਡ ਲਗਾਇਆ ਹੋਇਆ ਸੀ, ਫੋਨ ਤੇ ਗੱਲ ਹੋਈ, ਉਹ ਕਹਿੰਦੇ ਆ ਵੀ ਸਾਡੇ ਕੋਲੇ 2-4 ਕੇ ਰਹਿ ਗਏ, ਬਾਕੀ ਤਾਂ ਸਾਰੇ ਵਿਕ ਗਏ ਆ। ਤੁਸੀਂ ਲੈ ਕੇ ਵੇਚ ਦਿੱਤੇ, ਬੋਰਡ ਵੀ ਲਗਾਇਆ ਜਾ ਰਿਹਾ। ਦੂਸਰੇ ਨੰਬਰ ਦੇ ਉੱਪਰ ਗੱਲ ਕਰਦੇ ਹੋ, ਕਹਿੰਦਾ ਮੈਂ ਸੇਲਜ਼ ਮੈਨੇਜਰ ਬੋਲਦਾ। ਜੇ ਤੁਸੀਂ ਕੁਝ ਸੇਲ ਹੀ ਨਹੀਂ ਕਰਦੇ ਫਿਰ ਕਾਹਦੇ ਮੈਨੇਜਰ ਲਾਏ ਹੋਏ ਤੁਸੀਂ? ਮਤਲਬ ਤੁਸੀਂ ਸੇਲ ਕਰਦੇ ਹੋ। ਸੈਕੰਡਲੀ ਬੋਰਡ ਤੁਸੀਂ ਲਗਾਇਆ ਹੋਇਆ, ਅੱਜ ਤੀਜੇ ਦਿਨ ਅਸੀਂ ਇੱਥੇ ਪਹੁੰਚੇ ਹਾਂ, ਬੋਰਡ ਤੁਸੀਂ ਉਤਾਰ ਦਿੱਤਾ। ਇਹਦਾ ਮਤਲਬ ਆ ਤੁਸੀਂ ਪਹਿਲਾਂ ਗਲਤ ਕਰ ਰਹੇ ਸੀ ਤਾਂ ਹੀ ਤੁਸੀਂ ਬੋਰਡ ਉਤਾਰਿਆ ਨਾ। ਜੇ ਸਹੀ ਕਰ ਰਹੇ ਹੁੰਦੇ ਤੁਸੀਂ ਬੋਰਡ ਕਿਉਂ ਉਤਾਰਦੇ? ਇਸ ਕਰਕੇ ਇਹ ਆਪਣੀਆਂ ਚੋਰੀਆਂ ਨੂੰ ਛੁਪਾਉਣ ਦੇ ਲਈ ਅਜਿਹੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ। ਹੁਣ ਇਹਨਾਂ ਦੀ ਚੋਰੀ ਫੜੀ ਗਈ ਆ, ਸਾਡੇ ਲੋਕ ਨਿਕਲ ਕੇ ਬਾਹਰ ਆ ਗਏ ਨੇ, ਤੇ ਹੁਣ ਐਦਾਂ ਲੈ ਲਈਏ ਵੀ ਅਸੀਂ ਇਹਨਾਂ ਨੂੰ ਜੋ ਕੁਝ ਕਰ ਰਹੇ ਨੇ ਇਹ ਕੁਝ ਨਹੀਂ ਹੋਏਗਾ। ਜੇ ਕੁਝ ਅੱਗੇ ਕਰਨਾ ਵੀ ਹੋਇਆ ਤਾਂ ਮੁਸਲਿਮ ਸਮਾਜ ਦੀ ਭਲਾਈ ਦੇ ਲਈ ਜੋ ਵੀ ਸਰਕਾਰ ਦੀਆਂ ਸਕੀਮਾਂ ਹੈਗੀਆਂ ਨੇ ਉਹਨਾਂ ਨੂੰ ਐਨਹਾਂਸ ਕੀਤਾ ਜਾਵੇ, ਉਹ ਚੰਗੀ ਗੱਲ ਹੋਏਗੀ। ਨਾਲ ਦੀ ਨਾਲ ਮੇਰਾ ਇੱਕ ਮੈਸੇਜ ਵੀ ਹੈ ਕਿ ਇੱਥੇ ਦੇ ਜਿਹੜੇ ਈਓ ਸਾਹਿਬ ਨੇ, ਈਓ ਸਾਹਿਬ ਦਾ ਰਿਕਾਰਡ ਜਿਹੜਾ ਪੁਰਾਣਾ ਦੇਖਿਆ ਉਹ ਬੜਾ ਵਧੀਆ ਨਹੀਂ ਹੈ। ਪਹਿਲਾਂ ਇਹ ਜ਼ੀਰਕਪੁਰ ਰਹੇ ਆ, ਜ਼ੀਰਕਪੁਰ ਦੇ ਆਲੇ ਦੁਆਲੇ ਜਿਹੜਾ ਏਅਰਪੋਰਟ ਦੇ ਆਲੇ ਦੁਆਲੇ ਇਹਨਾਂ ਨੇ ਬਹੁਤ ਸਾਰੀਆਂ ਲੀਗਲ ਕੰਸਟਰਕਸ਼ਨਾਂ ਕਰਾਈਆਂ ਤੇ ਉਹਨਾਂ ਦੀਆਂ ਫਾਈਲਾਂ ਖੁੱਲੀਆਂ ਹੋਈਆਂ ਨੇ। ਉਹਨਾਂ ਦੇ ਬੜੇ ਸਾਰੇ ਡਾਕੂਮੈਂਟ ਪੰਜਾਬ ਅਗੇਂਸਟ ਕਰਪਸ਼ਨ ਸਾਡੇ ਕੋਲ ਪਏ ਨੇ। ਸਾਡੀ ਟੀਮ ਉੱਥੇ ਜਾ ਕੇ ਧਰਨੇ ਲਵਾਉਂਦੀ ਰਹੀ ਆ। ਇੱਥੇ ਪਹੁੰਚ ਗਏ ਨੇ, ਇੱਥੇ ਵੀ ਉਹੀ ਖਬਰਾਂ ਉੱਠਣੀਆਂ ਸ਼ੁਰੂ ਹੋ ਗਈਆਂ। ਇਸ ਕਰਕੇ ਸਾਡੀ ਸਿੱਧੀ ਦੀ ਸਿੱਧੀ ਇਹਨਾਂ ਦੇ ਅਧਿਕਾਰੀਆਂ ਦੇ ਉੱਪਰ, ਇਹਨਾਂ ਦੇ ਉੱਪਰ ਸਿੱਧੇ ਦੇ ਸਿੱਧੇ ਇਲਜ਼ਾਮ ਨੇ ਕਿ ਇਹ ਜਿਹੜੀਆਂ ਕਰਪਸ਼ਨਾਂ ਹੈਗੀਆਂ ਨੇ ਇਹਦੇ ਉੱਪਰ ਚੱਲ ਰਹੀਆਂ ਨੇ ਤੇ ਇਹਨਾਂ ਨੂੰ ਬੰਦ ਕਰ ਦਿਓ। ਨਾਲ ਦੀ ਨਾਲ ਅਸੀਂ ਐਪਰੀਸ਼ੀਏਟ ਕਰਦੇ ਹਾਂ ਭਗਵੰਤ ਮਾਨ ਜੀ ਨੂੰ, ਸਰਕਾਰ ਨੂੰ, ਕਿ ਉਹਨਾਂ ਨੇ ਕਰਪਸ਼ਨ ਦੇ ਖਿਲਾਫ ਇੱਕ ਜਿਹੜੀ ਜੰਗ ਹੈਗੀ ਆ ਵਿੱਢੀ ਹੋਈ ਆ, ਲੀਗਲ ਇਨਕਰੋਚਮੈਂਟ ਦੇ ਖਿਲਾਫ ਜੰਗ ਵਿੱਢੀ ਹੋਈ ਆ। ਉਹ ਜੰਗ ਬੜੀ ਅੱਛੀ ਆ, ਲੇਕਿਨ ਉਹ ਜੰਗ ਦੇ ਵਿੱਚ ਜਿਹੜੀਆਂ ਅਜਿਹੀਆਂ ਕਾਲੀਆਂ ਭੇਡਾਂ ਹੈਗੀਆਂ ਨੇ ਉਹ ਸਪੇਅਰ ਨਾ ਰਹਿ ਜਾਣ। ਉਹਨਾਂ ਨੂੰ, ਉਹਨਾਂ ਦੇ ਖਿਲਾਫ ਸਕੰਜਾ ਲਾਜ਼ਮੀ ਤੌਰ ਤੇ ਕੱਸੇ ਜਾਣਾ ਚਾਹੀਦਾ। ਖਬਰ ਪਰਸੋਂ ਦੀ ਚੱਲਦੀ ਆ, ਮੇਰੀ ਈਓ ਦੇ ਨਾਲ ਗੱਲ ਹੋਈ ਤੇ ਮੈਂ ਕਿਹਾ ਵੀ ਤੁਸੀਂ ਸਾਈਟ ਵਿਜ਼ਿਟ ਕੀਤਾ, ਸਾਈਟ ਉਹਨਾਂ ਨੇ ਵੀ ਵਿਜ਼ਿਟ ਕੀਤਾ ਹੈਗਾ, ਤੇ ਐਕਸ਼ਨ ਲੈਣਾ ਤਾਂ ਬਾਅਦ ਦਾ ਕੰਮ ਆ। ਇਸ ਦਾ ਮਤਲਬ ਹੈਗਾ ਵੀ ਤੁਹਾਡੀਆਂ ਖਬਰਾਂ ਦੇ ਨਾਲ, ਇਹਨਾਂ ਦੀਆਂ ਖਬਰਾਂ ਦੇ ਨਾਲ ਉਹਨਾਂ ਨੂੰ ਲੱਗਦਾ ਵੈਸੇ ਤਾਂ ਐਵੇਂ ਬੋਲੀ ਜਾਂਦੇ ਆ,
ਅਸੀਂ ਕੁਝ ਨਹੀਂ ਕਰਨਾ ਹੈਗਾ। ਲੇਕਿਨ ਅਸੀਂ ਅੱਜ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਦੇ ਲੋਕਾਂ ਦੇ ਬਿਹਾਫ ਦੇ ਉੱਪਰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਲੋਕ ਹੁਣ ਉੱਠ ਗਏ ਨੇ, ਤੁਹਾਨੂੰ ਕੁਝ ਨਾ ਕੁਝ ਕਰਨਾ ਪਏਗਾ। ਇਸ ਕਰਕੇ ਸਾਡੀ ਬੇਨਤੀ ਹੈਗੀ ਆ, ਸਾਈਟ ਵਿਜ਼ਿਟ ਕਰੋ, ਜਿਹੜੇ ਇੱਥੇ ਲੋਕ ਹੈਗੇ ਨੇ ਉਹਨਾਂ ਦੇ ਨਾਲ ਗੱਲ ਕਰੋ। ਜੇ ਤੁਸੀਂ ਸਹੀ ਹੈਗੇ ਹੋ ਤਾਂ ਆਪਣਾ ਜਿਹੜਾ ਕੱਚਾ ਚੱਠਾ ਹੈਗਾ ਲੋਕਾਂ ਦੇ ਵਿੱਚ ਰੱਖੋ। ਹਾਂ, ਇਹਨਾਂ ਨੂੰ ਛੁਪਾ ਕੇ ਨਾ ਰੱਖੋ। ਤੁਹਾਡੀਆਂ ਲੀਜ਼ ਕਿੱਦਾਂ ਹੁੰਦੀਆਂ ਨੇ, ਹੁਣ ਲੀਜ਼ ਦਾ ਹਿਸਾਬ ਕਿਤਾਬ ਨਹੀਂ ਹੈਗਾ। ਲੀਜ਼ ਸੇਮ ਬੰਦੇ ਨੂੰ ਤੁਸੀਂ ਦੇਤੀ 3 ਸਾਲ ਲਈ, ਉਹਦੇ ਬਾਅਦ 'ਚ ਅਗਲੇ ਫੇਰ ਦੇਤੀ। ਤੁਸੀਂ ਸੇਮ ਬੰਦੇ ਨੂੰ ਲੀਜ਼ ਕਿਵੇਂ ਦੇਈ ਜਾ ਰਹੇ ਹੋ? ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਪ੍ਰੋਸੀਜਰ ਹੈਗਾ, ਲੇਕਿਨ ਇਹ ਪ੍ਰੋਸੀਜਰ ਦੇ ਉੱਪਰ ਵੀ ਸ਼ੱਕ ਕੀਤਾ ਜਾਂਦਾ ਵੀ ਸੇਮ ਬੰਦੇ ਨੂੰ ਜਿਹਨੂੰ ਲਾਤਾ ਉਹਦੀਆਂ ਹੁਣ ਜਿਹੜੇ ਉਹ ਆਪਣੀ ਜਨਰੇਸ਼ਨ ਪਾਲੂਗਾ, ਉਹਦੇ ਬਾਅਦ 'ਚ ਉਹਦੇ ਬੱਚੇ ਆਣਗੇ, ਫਿਰ ਅੱਗੇ ਆਣਗੇ। ਇੱਕ ਚੀਜ਼ ਹੋਰ ਡਾਕਟਰ ਸਾਹਿਬ ਤੇ ਰਹਿਮਾਨ ਸਾਹਿਬ, ਤੁਹਾਨੂੰ ਦੋਨਾਂ ਨੂੰ ਮੈਂ ਪੁੱਛਣਾ ਚਾਹਾਂਗਾ, ਤੁਸੀਂ ਮੌਕੇ ਤੇ ਖੜੇ ਹੋ, ਸਾਹਮਣੇ ਦੁਕਾਨ ਪਈ ਹੈ ਇੱਕ ਜਿਨ੍ਹਾਂ ਨੇ ਲੀਜ਼ ਤੇ ਲਈ ਹੈ, ਹਰਿੰਦਰ ਸਿੰਘ ਜੀ। ਉਹ ਕਹਿੰਦੇ ਸੀ ਜੀ ਲੈਂਟਰ ਪਿਆ ਨਹੀਂ। ਹੁਣ ਇੱਕ ਵਾਰ ਤੁਸੀਂ ਦੇਖ ਕੇ ਦੱਸੋ ਲੈਂਟਰ ਪਿਆ ਕਿ ਨਹੀਂ, ਗਵਾਹੀ ਤੁਸੀਂ ਦਿਓ, ਸਾਹਮਣੇ ਦੇਖੋ। ਸਰ ਇੰਨੀ ਅੱਖ ਤੱਕ ਹੈ, ਮੈਂ ਮੇਰੇ ਹਿਸਾਬ ਨਾਲ ਹਰ ਬੰਦੇ ਦੀ ਹੈਗੀ ਕਿ ਬੰਦਾ ਦੇਖ ਕੇ ਦੱਸ ਦੇਵੇ ਕਿ ਹੈ ਕੀ ਜੀ। ਫਿਰ ਲੈਂਟਰ ਪਿਆ ਹੈ? ਹਾਂ, ਉਹ ਤੁਹਾਡੇ ਸਾਹਮਣੇ ਇਹ ਸਭ ਨੂੰ ਪਤਾ ਹੈ, ਉਹ ਬੱਚੇ ਨੇ ਪੁੱਛ ਲਓ। ਮੈਂ ਚਾਹਨਾ ਤੁਸੀਂ ਇੱਕ ਵਾਰ ਬੋਲ ਕੇ ਦੱਸੋ ਲੈਂਟਰ ਪਿਆ ਕਿ ਨਹੀਂ ਪਿਆ। ਲੈਂਟਰ ਹੀ ਪਿਆ, ਸਾਰਿਆਂ ਨੂੰ ਪਤਾ, ਸਾਰਿਆਂ ਡਾਕਟਰ ਸਾਹਿਬ ਲੈਂਟਰ ਪਿਆ ਕਿ ਨਹੀਂ ਪਿਆ? ਬਿਲਕੁਲ ਜੀ, ਲੈਂਟਰ ਪਿਆ ਹੋਇਆ, ਪੱਕਾ ਲੈਂਟਰ ਪਿਆ ਹੋਇਆ, ਹੇਠਾਂ ਵੀ ਫਰਸ਼ ਲੱਗਿਆ ਹੋਇਆ। ਸਾਡੇ ਤਾਂ ਪੁਰਾਣੀ ਖਬਰ ਦੇ ਵਿੱਚ ਬੱਲੀਆਂ ਲੱਗੀਆਂ ਹੋਈਆਂ ਸੀ, ਹੁਣ ਲੱਗਦਾ ਪੱਕ ਗਿਆ ਲੈਂਟਰ ਜੀ। ਬਿਲਕੁਲ ਪੱਕ ਗਿਆ। ਤੇ ਹੁੰਦੇ ਤੇ ਇਹਦੇ ਉੱਪਰ ਹੋਰ ਵੀ ਬਣ ਜਾਣਾ ਸੀਗਾ। ਨਹੀਂ ਸਰ, ਖੜੇ ਆ ਜੀ ਤੇ ਹਰਜੀਤ ਭਾਜੀ ਵੀ ਨਾਲ ਨੇ। ਭਾਜੀ ਬੱਲੀਆਂ ਉਤਰ ਗਈਆਂ, ਲੈਂਟਰ ਪੱਕ ਗਿਆ ਲੱਗਦਾ। ਹਾਂਜੀ ਬਿਲਕੁਲ ਪੱਕ ਗਿਆ ਲੈਂਟਰ। ਪਰ ਦੇਖੋ ਕੌਂਸਲ ਦੀ ਨਲਾਇਕੀ ਦੇਖੋ, ਕੌਂਸਲ ਨੂੰ ਆਪਣੇ ਅੰਡਰ ਕਰਨੀਆਂ ਚਾਹੀਦੀਆਂ ਸੀ ਇਹ ਬੱਲੀਆਂ ਵੀ, ਤੇ ਸਾਰੀਆਂ ਜਿਹੜੀਆਂ ਸੀਗੀਆਂ ਇੱਥੋਂ ਮੂਵੀ ਬਣਾ ਕੇ ਇਹਨਾਂ ਤੇ FIR ਦਰਜ ਕਰਾਉਂਦੇ। ਪਰ ਕਾਉਂਸਲ ਨੇ ਕਰਾਣਾ ਕੀ ਹੈ? ਈਓ ਸਾਹਿਬ ਨਾਲ ਗੱਲ ਹੋਈ, ਤੁਸੀਂ ਸੁਣੀ ਵੀ ਹੈ। ਈਓ ਸਾਹਿਬ ਕਹਿੰਦੇ ਵੀ ਜਿਹੜੇ ਲੀਜ਼ ਹੋਲਡਰ ਨੇ ਜਾਂ ਬਿਲਡਰ ਨੇ ਉਹਨਾਂ ਨੂੰ 4-5 ਬੰਦੇ ਬਲੈਕਮੇਲ ਕਰ ਰਹੇ ਨੇ। ਹੁਣ ਮੈਂ ਉਹਨਾਂ ਨੂੰ ਸਵਾਲ ਵੀ ਕੀਤਾ ਹੈ ਵੀ ਤੁਸੀਂ ਲੀਜ਼ ਹੋਲਡਰਾਂ ਦੇ ਜਾਂ ਫਿਰ ਬਿਲਡਰਾਂ ਦੇ ਸਪੋਕਸ ਪਰਸਨ ਨੂੰ ਬੁਲਾ ਰਹੇ ਹੋ ਜਾਂ ਤੁਸੀਂ ਸਰਕਾਰ ਦੀ ਤਨਖਾਹ ਲੈ ਕੇ ਸਰਕਾਰ ਦੇ ਨੌਕਰ ਹੋ? ਉਹਨਾਂ ਕੋਲ ਜਵਾਬ ਨਹੀਂ। ਬਿਲਕੁਲ, ਫਿਰ ਈਓ ਸਾਹਿਬ ਦਾ ਆਪਾਂ ਇਹੀ ਸਮਝ ਸਕਦੇ ਨਾ ਕਿ ਕੋਲੋਨਾਈਜ਼ਰਾਂ ਵਾਲੀ ਸਾਈਡ ਤੋਂ ਖੇਡ ਰਹੇ ਨੇ। ਲੇਕਿਨ ਉਹ ਕਹਿੰਦੇ 4-5 ਬੰਦੇ ਬਲੈਕਮੇਲ ਕਰ ਰਹੇ ਉਹਨਾਂ ਨੂੰ। ਬਿਲਕੁਲ, ਮੈਂ ਈਓ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਵੀ ਈਓ ਸਾਹਿਬ ਜਿਹੜੀਆਂ ਇਹ ਕਈ ਅਫਸਰਾਂ ਨੂੰ, ਕਈ ਪੋਲੀਟੀਕਲ ਲੀਡਰਸ ਨੂੰ ਜਿਹੜੀਆਂ ਪਿਰਤਾਂ ਨੇ ਨਾ, ਸ਼ਾਇਦ ਸ਼ਹਿਰ ਦੇ ਉਹ ਸਮਾਜ ਸੇਵੀ ਜਾਂ ਜਿਹੜੇ ਲੋਕ ਇਹਨਾਂ ਜਿਵੇਂ ਜਗ੍ਹਾ ਸ਼ਾਮਲਾਟ ਨੇ ਜਾਂ ਚੋਈ ਟੋਬੇ ਨਾਲੇ ਆ, ਇਹਨਾਂ ਦੇ ਹੱਕ 'ਚ ਆਵਾਜ਼ ਚੁੱਕਦੇ ਨੇ ਜਿਹੜੀ, ਇਹ ਲੋਕ ਇਦਾਂ ਦੇ ਨਹੀਂ ਹੈਗੇ ਵੀ ਇਹ ਬਲੈਕਮੇਲਿੰਗ ਵਾਲੇ ਨਹੀਂ ਹੈਗੇ। ਜੇ ਬਲੈਕਮੇਲਿੰਗ ਵਾਲੇ ਤੁਸੀਂ ਪਰਚਾ ਦਰਜ ਕਰਵਾਓ। ਸ਼ਾਇਦ ਈਓ ਸਾਹਿਬ ਭੁੱਲ ਗਏ ਨੇ ਕਿ ਸਰਕਾਰ ਬਦਲ ਗਈ ਹੈ। ਤੁਸੀਂ ਪਹਿਲਾਂ ਚਲੋ ਸੈਟਿੰਗਾਂ ਹੁੰਦੀਆਂ ਸੀਗੀਆਂ ਸਾਰੇ ਲੀਡਰਾਂ ਦੀਆਂ, ਕੋਈ ਕੋਲੋਨਾਈਜ਼ਰਾਂ ਦੀਆਂ, ਕਿ ਚੱਕ ਕੇ ਝੂਠਾ ਪਰਚਾ ਦਰਜ ਕਰਵਾ ਦਿੰਦੇ ਸੀ, ਜਿਵੇਂ ਸਾਡੇ ਤੇ ਵੀ ਕਰਵਾਇਆ ਗਿਆ, ਤੁਹਾਨੂੰ ਪਤਾ, ਤੁਸੀਂ ਸਾਰੀ ਕਵਰੇਜ ਕੀਤੀ ਹੈ। ਤੇ ਉਹ ਹੁਣ ਸ਼ਾਇਦ ਸਰਕਾਰ ਬਦਲ ਗਈ ਹੈ, ਸ਼ਾਇਦ ਇਹਨਾਂ ਦੀ ਉੱਥੇ ਤੱਕ ਪਹੁੰਚ ਨਹੀਂ ਹੈਗੀ ਵੀ ਝੂਠੇ ਪਰਚੇ ਇਹ ਦਰਜ ਕਰਵਾ ਦੇਣਗੇ। ਮੈਂ ਈਓ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਇਹ ਤੁਸੀਂ ਮਾੜਾ ਜਿਹਾ ਧਿਆਨ ਰੱਖੋ। ਸਾਨੂੰ ਸਾਰਾ ਕੁਝ ਪਤਾ, ਤੁਸੀਂ ਕਿਵੇਂ ਜ਼ੀਰਕਪੁਰ ਕੰਪਲੀਸ਼ਨ ਸਰਟੀਫਿਕੇਟ ਤੁਸੀਂ ਦੇ ਦਿੱਤੇ ਬਿਨਾਂ ਫਿਜ਼ੀਕਲ ਐਗਜ਼ਾਮੀਨੇਸ਼ਨ ਤੋਂ। ਇਹਨਾਂ ਨੇ ਉੱਥੇ ਵੀ ਇਦਾਂ ਦਾ ਹੀ ਕੰਮ ਕੀਤਾ, ਤੇ ਸਾਡੇ ਤਾਂ ਸ਼ਹਿਰ ਦੀ ਮਾੜੀ ਕਿਸਮਤ ਹੈ ਕਿ ਇਦਾਂ ਦੇ ਫਿਰ ਅਫਸਰ ਆ ਕੇ ਜੇ ਲੱਗ ਗਏ ਨੇ, ਸਾਡਾ ਤਾਂ ਸ਼ਹਿਰ ਵੈਸੇ ਹੀ ਖਤਮ ਹੋ ਜਾਏਗਾ ਬਾਈ ਜੀ ਇਸ ਤਰੀਕੇ ਨਾਲ। ਡਾਕਟਰ ਸਾਹਿਬ ਚਰਚੇ ਬੜੇ, ਤੁਸੀਂ ਵੀ ਬੋਲਿਆ ਵੀ ਰਿਕਾਰਡ ਇਕੱਠਾ ਕੀਤਾ ਹੋਇਆ ਈਓ ਸਾਹਿਬ ਦਾ, ਤੇ ਚਰਚੇ ਇੱਥੇ ਵੀ ਹੈਗੇ ਨੇ ਜੀ। ਦੂਜੀ ਚੀਜ਼ ਹੋਰ ਨਿਕਲ ਕੇ ਆ ਰਹੀ ਹੈ ਸਾਹਮਣੇ ਕਿ ਇਹ ਜਿਹੜੇ ਭਾਵੇਂ ਬਿਲਡਰ ਹੋਣ ਜਾਂ ਬੋਰਡ ਦੇ ਜਿਹੜੇ ਕਹਿੰਦੇ ਨਾ ਕਿ ਚਮਚੇ ਕਹਿ ਲਓ ਜਾਂ ਦਬੰਗ ਕਹਿ ਲਓ, ਹੁਣ ਜਿਹੜੇ ਲੋਕਲ ਨੂੰ धमकाने की कोशिश भी कर रहे हैं। तो यह चीज़ें जो है ना उसको अपने रखो साइड। जो ज़मीनें जो हम लड़ाई लड़ रहे हैं सही है गलत की, और सही के लिए हमें जो करना करेंगे। बोर्ड को 10 दिन का वक्त है, 10 दिन में अपना सारा बोरिया बिस्तर बांध के निकले, नहीं है तो बोर्ड का दफ्तर बंद करेंगे, बोर्ड का कामकाज बंद करेंगे हम, और आखिरी सांस तक बंद करेंगे, उनको काम नहीं करने देंगे। ठीक है, तो ये धमकाना लोकल को, लोकल अगर आपको कुछ दिखा, जैसे आपने मेरा सवाल किया था अभी पहले कि लिल्टर डला नहीं डला, हमने कहा कि क्या मजाक है, आपने कहा नहीं, फिर भी मुंह से कह दो, हमने कहा लिल्टर डला हुआ है, आप कहो कि नहीं जी, आप कहो कि नहीं डला है, तो आपके डर से मैं ऐसा नहीं बोलने वाला हूँ। इसी तरह लोकल जो खास करके बड़ी अच्छी बात है कि हिंदू मुस्लिम सिख सारे लोग सही गलत की बात को लेकर सामने आए, तो प्लीज़ उनको न धमकाओ। ये बिल्डर को भी मेरा डायरेक्ट मैसेज है, या डायरेक्ट मैसेज है, जो बोर्ड वाले हैं उनको मैसेज है, और हम सेंट्रल गवर्नमेंट तो हम लड़ाई लड़ेंगे, सुप्रीम कोर्ट तो जाएंगे इसके लिए, तो बेफिक्र रहो। और ये हमने पहले भी चेयरमैन को, ईओ साहब को, सबको बोला हुआ है पहले कई डिस्कशन में, और फिर से कह रहा हूँ ये धमकाना बंद करे। ਨਾਲੇ ਜੇ ਬਲੈਕਮੇਲ ਵਾਕਈ ਕੋਈ ਕਰਦਾ ਹੈ ਈਓ ਸਾਹਿਬ, ਜੇ ਤੁਸੀਂ ਤਾਂ ਉਹਨਾਂ ਦੇ ਬੁਲਾਰੇ ਬਣ ਕੇ ਗੱਲ ਕਰ ਰਹੇ ਹੋ, ਜੇ ਵਾਕਈ ਕੋਈ ਬਲੈਕਮੇਲ ਕਰਦਾ ਹੈ ਤੁਹਾਨੂੰ ਰੋਕਿਆ ਕਿਹਨੇ ਹੈ ਜੀ? ਥਾਣਾ ਹੈਗਾ, ਜਾ ਕੇ ਕੰਪਲੇਂਟ ਕਰਾਓ, ਸਬੂਤ ਤੋਂ ਪਰਚਾ ਕਰਵਾਓ। ਬੈਠੇ ਕਿਉਂ? ਜਾਂ ਸਿਰਫ ਗਿੱਦੜ ਭਬਕੇ ਹੀ ਮਾਰਨੀਆਂ ਨੇ ਜਾਂ ਧਮਕੀਆਂ ਤੁਸੀਂ ਦੇਣੀਆਂ ਨੇ? ਇੰਡਾਇਰੈਕਟਲੀ ਕਹਿ ਸਕਦੇ ਹਾਂ ਵੀ ਤੁਸੀਂ ਵੀ ਬਲੈਕਮੇਲ ਹੀ ਕਰ ਰਹੇ ਹੋ, ਹੋਰ ਕਰਕੇ ਰਹੇ ਹੋ, ਫਿਰ ਕਿਉਂ? ਬਿਲਕੁਲ ਜੀ ਬਿਲਕੁਲ। ਜੇ ਅਸੀਂ ਤਾਂ ਕਹਿ ਰਹੇ ਹਾਂ, ਤੁਸੀਂ ਕੋਈ ਫੋਨ ਰਿਕਾਰਡਿੰਗ, ਕੋਈ ਤੁਹਾਡੇ ਕੋਲ ਕੋਈ WhatsApp ਚੈਟ, ਕੋਈ ਤੁਹਾਡੇ ਕੋਲ ਕੋਈ ਕਾਲ ਰਿਕਾਰਡਸ ਵੀ ਚਾਹੀਦੇ ਨੇ, ਕੋਈ ਟਾਈਮਿੰਗ ਵੀ ਚਾਹੀਦੀ ਹੈ, ਕੋਈ ਇੰਨੇ ਟਾਈਮ ਗੱਲ ਹੋਈ ਹੈ, ਬਿਲਕੁਲ ਕੋਈ ਚਾਹੀਦੀ ਹੈ ਨਾ। ਤੁਸੀਂ ਐਵੇਂ, ਮੈਂ ਇੱਕ ਗੱਲ ਹੋਰ ਕਹਿਣਾ ਬਾਈ ਜੀ, ਅਸੀਂ ਇਹਨਾਂ ਦੇ ਖਿਲਾਫ, ਮੈਂ ਈਓ ਸਾਹਿਬ ਨੂੰ ਕਹਿਣਾ ਕਿ ਇੱਕ ਤਾਂ ਤੁਸੀਂ ਨਾਮ ਲੈ ਕੇ ਗੱਲ ਕਰੋ ਜਿਹਨੇ ਤੁਹਾਨੂੰ ਬਲੈਕਮੇਲ ਕੀਤਾ, ਜਿਹਨੇ ਤੁਹਾਡੇ ਤੋਂ ਪੈਸੇ ਮੰਗੇ, ਤੇ ਦੂਜਾ ਜੇ ਤੁਸੀਂ ਇਦਾਂ ਦੀ ਉਹ ਪਿਰਤ ਰੱਖਣੀ ਹੈ, ਮੈਂ ਸਾਰੇ ਸਮਾਜ ਸੇਵੀਆਂ ਨੂੰ, ਸਾਰੇ ਜਿਹੜੇ ਲੋਕ ਫਾਈਟ ਕਰਦੇ ਆ ਇਹੋ ਜਿਹੇ ਅਫਸਰਾਂ ਨਾਲ ਜਾਂ ਲੀਡਰਾਂ ਦੇ ਖਿਲਾਫ ਜਾਂ ਕੋਲੋਨਾਈਜ਼ਰਾਂ ਦੇ ਖਿਲਾਫ, ਮੈਂ ਉਹਨਾਂ ਨੂੰ ਕਹਿੰਦਾ ਵੀ ਸਾਰੇ ਹੀ ਆਪਣੇ ਵੱਲੋਂ ਡੈਫਰਮੇਸ਼ਨ ਸੂਟ ਨੋਟਿਸ ਇਹਨਾਂ ਨੂੰ ਭੇਜ ਦਿਓ।
ਠੀਕ ਹੈ ਨਾ, ਤਾਂ ਕਿ ਇਹਨਾਂ ਨੂੰ ਵੀ ਇਹ ਜਵਾਬ ਦਿੰਦੇ ਥੱਕ ਜਾਣ, ਇਹਨਾਂ ਨੂੰ ਪਤਾ ਲੱਗ ਜੇ ਕਿ ਝੂਠ ਕਿਵੇਂ ਬੋਲੀਦਾ ਤੇ ਐਲੀਗੇਸ਼ਨ ਝੂਠੇ ਕਿਵੇਂ ਲਗਾਈਦੇ ਨੇ। ਤੇ ਮੈਂ ਇੱਕ ਤੁਹਾਡੇ ਮਾਧਿਅਮ ਨਾਲ ਹੋਰ ਕਹਿਣਾ ਚਾਹੁੰਦਾ ਠਾਕੁਰ ਸਾਹਿਬ ਕਿ ਗੱਲ ਇਹ ਹੈ ਕਿ ਇਹ ਜੇ ਕੰਮ ਇਹ ਨਹੀਂ ਸਹੀ ਕਰਦੇ ਤਾਂ ਅਸੀਂ ਦੀਵਾਲੀ ਤੋਂ ਬਾਅਦ ਪਲਾਨ ਕਰ ਰਹੇ ਹਾਂ ਕਿ ਅਸੀਂ ਸਾਰੀ ਮੁਸਲਿਮ ਕਮਿਊਨਿਟੀਜ਼ ਨੂੰ ਤੇ ਹੋਰ ਆਪਣੇ ਸ਼ਹਿਰ ਦੇ ਜਿਹੜੇ ਇੱਥੇ ਬਣੀਆਂ ਹੋਈਆਂ ਐਸੋਸੀਏਸ਼ਨਾਂ, ਅਸੀਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਐਜੀਟੇਸ਼ਨ ਤੇਜ਼ ਕਰਾਂਗੇ ਤੇ ਅਸੀਂ ਧਰਨਾ ਮਾਰਾਂਗੇ ਇਹਨਾਂ ਦੇ ਖਿਲਾਫ। ਤਾਂ ਅਲਟੀਮੇਟਮ ਰਹਿਮਾਨ ਸਾਹਿਬ ਵੱਲੋਂ ਵੀ ਮਿਲ ਗਿਆ ਹੈ ਤੇ ਸੋਸ਼ਲ ਐਕਟਿਵਿਸਟ ਜੋ ਨੇ ਜਾਂ ਲੋਕਲ ਜੋ ਨੁਮਾਇੰਦੇ ਨੇ ਉਹਨਾਂ ਨੇ ਵੀ ਕਹਿ ਦਿੱਤਾ ਹੈ ਵੀ ਧਰਨਾ ਦਿੱਤਾ ਜਾਏਗਾ। ਤੇ ਦੂਜੀ ਗੱਲ ਮੈਂ ਦੁਬਾਰਾ ਇੱਕ ਵਾਰ ਦਿਖਾ ਦਾਂ, ਲੈਂਟਰ ਪੱਕ ਗਿਆ ਹੈ ਜੀ, ਬੱਲੀਆਂ ਵੀ ਉਤਰ ਗਈਆਂ ਨੇ। ਜੇ ਕਿਸੇ ਨੂੰ ਵਹਿਮ ਹੈਗਾ ਹੈ, ਲੀਜ਼ ਹੋਲਡਰ ਜਿਹੜੇ ਨੇ ਹਰਿੰਦਰ ਸਿੰਘ ਜੀ ਉਹ ਕਹਿੰਦੇ ਸੀ ਲੈਂਟਰ ਪਿਆ ਹੀ ਨਹੀਂ, ਤੇ ਹੁਣ ਗਵਾਹ ਵੀ ਮੌਕੇ ਤੇ ਖੜੇ ਨੇ। ਤੇ ਦੂਜੀ ਗੱਲ, ਜੇ ਤੁਸੀਂ ਬਿਲਕੁਲ ਇੰਨੇ ਠੀਕ ਸੀ ਤੇ ਜਿਹੜਾ ਸੇਲਜ਼ ਵਾਲੇ ਨੰਬਰ ਸੀ ਜਿਨ੍ਹਾਂ ਨੇ ਪਿਛਲੀ ਵਾਰ ਕਿਹਾ ਕਿ ਸਾਰਾ ਕੁਝ ਵਿਕ ਗਿਆ, 4 ਸ਼ੋਰੂਮ ਰਹਿੰਦੇ ਨੇ, 2 ਦੁਕਾਨਾਂ, ਉਹ ਬਾਹਰੋਂ ਬੋਰਡ ਉਤਾਰਿਆ ਕਿਉਂ ਗਿਆ ਹੈ? ਤਾਂ ਗੱਲ ਸਾਫ਼ ਹੈ ਕਿ ਹੁਣ ਭਾਈਚਾਰਾ ਦਿਖ ਰਿਹਾ ਹੈ ਤੇ ਹੱਕ ਦੇ ਲਈ ਖੜੇ ਨੇ। ਧੱਕਾ ਜਿਹੜਾ ਹੈ ਹੋਣ ਨਹੀਂ ਦਿੱਤਾ ਜਾਵੇਗਾ ਤੇ ਖਬਰ ਦਾ ਅਸਰ ਹੋਇਆ ਹੈ। ਜਿਵੇਂ ਕਬਰਾਂ ਪੁੱਟ ਕੇ ਇੱਥੇ ਪਲਾਟ ਕੱਟੇ ਜਾ ਰਹੇ ਸੀ, ਦੁਕਾਨਾਂ ਬਣਦੀਆਂ ਸੀ ਜਾਂ ਬਣਾਈਆਂ ਜਾ ਰਹੀਆਂ ਸੀ, ਫਿਲਹਾਲ ਰੁਕੀਆਂ ਨੇ। ਪਰ ਜੇ ਈਓ ਸਾਹਿਬ ਹੋਣਾ ਦਾ ਰਵੱਈਆ ਐਸਾ ਹੀ ਰਿਹਾ ਤਾਂ ਇੰਜ ਲੱਗਦਾ ਹੈ ਕਿ ਜਿਹੜੇ ਇੱਥੇ ਦੇ ਲੋਕ ਨੇ ਉਹ ਹੁਣ ਸੱਚ ਦੀ ਆਵਾਜ਼ ਨੂੰ ਬੰਦ ਨਹੀਂ ਹੋਣ ਦੇਣਗੇ। ਨਾਲੇ ਜੇ ਕੋਈ ਬਲੈਕਮੇਲ ਕਰ ਰਿਹਾ ਹੈ ਤਾਂ ਤੁਸੀਂ ਨਾਮ ਦੱਸ ਕੇ ਪਰਚਾ ਕਰਵਾਓ, ਸਬੂਤ ਦਿਓ, ਤੁਹਾਨੂੰ ਰੋਕਿਆ ਕਿਨੇ ਹੈ, ਨਹੀਂ ਤਾਂ ਸਮਝਿਆ ਜਾਵੇਗਾ ਕਿ ਕੁੱਤੀ ਚੋਰਾਂ ਦੇ ਨਾਲ ਰਲੀ ਹੋਈ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਖਰੜ।